अज फिर तुहाडे लई तुहाडा हफ्तावारी प्रोग्राम सोच दा सफ़र लैके हाजिर हाँ। जिस तरह तुहानूं पता है कि मैं अपनी किताब विचों पहलां एक लेख पढ़दा ते फिर तुहाडे टैलीफोन राहीं उस लेख में जिहड़े नुकते उठाए हुंदे हन यानी कि जां नुकते नहीं उठाए हुंदे उन्हां बारे आपां संवाद रचाउण दी कोशिश करदे हां। अज मैं किताब विचों जिहड़ी मैं किताब आपां शुरू कीती हैगी आ नैतिकता ते तरकशीलता ਉਹਦੇ ਵਿੱਚੋਂ ਲੇਖ ਨਹੀਂ ਪੜ੍ਹ ਰਿਹਾ, ਪਰ ਮੈਂ ਅੱਜ ਜਿਸ ਸ਼ਖਸੀਅਤ ਬਾਰੇ ਗੱਲ ਕਰ ਰਿਹਾ ਹੈਗਾ ਉਹਨਾਂ ਦਾ ਜਨਮ 10 ਅਪ੍ਰੈਲ ਨੂੰ ਹੋਇਆ ਸੀ ਅਤੇ ਉਹਨਾਂ ਦੇ ਕੰਮਾਂ ਬਾਰੇ ਅਤੇ ਉਹਨਾਂ ਦੀ ਜੀਵਨੀ ਬਾਰੇ ਅੱਜ ਆਪਾਂ ਗੱਲ ਕਰਾਂਗੇ। ਉਹਨਾਂ ਦਾ ਨਾਂ ਡਾਕਟਰ ਅਬਰਾਹਮ ਥੋਮਸ ਕਬੂਰ, ਜਿਨ੍ਹਾਂ ਨੇ ਤਰਕਸ਼ੀਲਤਾ ਬਾਰੇ, ਰੈਸ਼ਨਲਿਜ਼ਮ ਬਾਰੇ ਅਤੇ ਹਿਊਮਨਿਜ਼ਮ ਬਾਰੇ ਬਹੁਤ ਸਾਰਾ ਕੰਮ ਕੀਤਾ ਅਤੇ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਜਿਹੜੀ ਪੰਜਾਬ ਵਿੱਚ ਵੀ ਤਰਕਸ਼ੀਲ ਲਹਿਰ ਹੈ ਜਿਹੜੀ ਚੱਲੀ ਹੈ, ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਕੇਸ ਜਿਹੜੇ ਹੈਗੇ ਹਜੇ ਤੱਕ ਅੱਜ ਤੱਕ ਯਾਨੀ ਕਿ ਉਹਨਾਂ ਨੇ ਸੋਲਵ ਕੀਤੇ ਹੈਗੇ ਆ, ਜਿਹੜੇ ਕਿ ਮੈਂਟਲ ਹੈਲਥ ਨਾਲ ਕੰਸਰਨ ਸੀਗੇ, ਯਾਨੀ ਕਿ ਜਾਂ ਕਿਸੇ ਹੋਰ ਚੀਜ਼ ਨਾਲ ਕੰਸਰਨ ਸੀ, ਜਿਹੜੇ ਮਿਸਟਰੀਜ਼ ਵਗੈਰਾ ਹੁੰਦੀਆਂ ਹੈਗੀਆਂ ਉਹਨਾਂ ਬਾਰੇ ਕੰਸਰਨ ਸੀਗੇ। ਤਾਂ ਮੈਂ ਸਮਝ ਰਿਹਾ ਵੀ ਇਹ ਬਹੁਤ ਜ਼ਰੂਰੀ ਹੈਗਾ ਕਿ ਸਾਨੂੰ ਜਿਹੜੀਆਂ ਮਹਾਨ ਸ਼ਖਸੀਅਤਾਂ ਹੈਗੀਆਂ ਉਹਨਾਂ ਬਾਰੇ ਜ਼ਰੂਰ ਗੱਲ ਕਰਦੇ ਰਹਿਣਾ ਚਾਹੀਦਾ, ਖਾਸ ਕਰਕੇ ਉਹਨਾਂ ਯੁੱਗ ਪਲਟਾਊ ਪੁਰਸ਼ਾਂ ਬਾਰੇ ਜਿਨ੍ਹਾਂ ਨੇ ਵਾਕਿਆ ਹੀ ਦੁਨੀਆ ਵਿੱਚ ਕ੍ਰਾਂਤੀਆਂ ਲਿਆਤੀਆਂ, ਜਿਨ੍ਹਾਂ ਨਾਲ ਲੋਕਾਂ ਦਾ ਬਹੁਤ ਸਾਰਾ ਫਾਇਦਾ ਹੋਇਆ, ਜਿਨ੍ਹਾਂ ਦੇ ਕੰਮਾਂ ਕਾਰਾਂ ਨਾਲ ਲੋਕਾਂ ਦੀ ਲੁੱਟ ਖਸੁੱਟ ਤੋਂ ਬਚਾਅ ਹੋਇਆ, ਉਹਨਾਂ ਦੀ ਮਾਨਸਿਕ ਲੁੱਟ ਤੋਂ ਬਚਾਅ ਹੋਇਆ, ਉਹਨਾਂ ਦਾ ਆਰਥਿਕ ਸ਼ੋਸ਼ਣ ਜਿਹੜਾ ਹੈਗਾ ਉਹ ਤੋਂ ਬਚਾਅ ਹੋਇਆ ਅਤੇ ਸੈਕਸੁਅਲ ਸ਼ੋਸ਼ਣ ਤੋਂ ਵੀ ਉਹਨਾਂ ਦਾ ਬਚਾਅ ਹੋਇਆ, ਅਤੇ ਜਿਨ੍ਹਾਂ ਨੇ ਬਹੁਤ ਸਾਰੀਆਂ ਮਿਸਟਰੀਜ਼ ਜਿਹੜੀਆਂ ਕ੍ਰੀਏਟ ਕੀਤੀਆਂ ਸੀ ਲੋਕਾਂ ਨੇ, ਜਿਹੜਾ ਹਜੇ ਵੀ ਬਹੁਤ ਸਾਰੇ ਬਾਬੇ ਅਤੇ ਸਾਧ ਯਾਨੀ ਕਿ ਢੋਂਗੀ ਜਿਹੜੇ ਹੈਗੇ ਹਜੇ ਵੀ ਲੋਕਾਂ ਨੂੰ ਲੁੱਟ ਰਹੇ ਆ, ਉਹਨਾਂ ਦਾ ਪਰਦਾਫਾਸ਼ ਕੀਤਾ। ਅਤੇ ਅੱਜ ਮੈਂ ਚਾਹੁੰਦਾ ਕਿ ਤੁਸੀਂ ਜਿਹੜਾ ਵਹਿਮਾਂ ਭਰਮਾਂ ਬਾਰੇ, ਸੁਪਰਸਟੀਸ਼ਨਸ ਬਾਰੇ ਅਤੇ ਡਾਕਟਰ ਕਬੂਰ ਬਾਰੇ ਜੇ ਤੁਸੀਂ ਕੁਛ ਕਹਿਣਾ ਚਾਹੁੰਦੇ ਤਾਂ ਜ਼ਰੂਰ ਮੈਨੂੰ ਹੁਣ ਤੋਂ ਹੀ ਟੈਲੀਫੋਨ ਕਾਲ ਜਿਹੜੀਆਂ ਹੈਗੀਆਂ ਉਹ ਲਾਈਨ ਅਪ ਕਰ ਲਓ। ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਕਿ ਨੰਬਰ ਵੀ ਥੱਲੇ ਵੀ ਆ ਰਿਹਾ ਹੈਗਾ, ਨੰਬਰ ਹੈ ਸਾਡਾ ਜੇ ਬ੍ਰਿਟਨ ਵਿੱਚ ਹੈਗਾ ਤਾਂ ਤੁਸੀਂ 0300 770 2246 ਹੈਗਾ, ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਆ ਤਾਂ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ। ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਇਹਦੇ ਵਿੱਚ ਸ਼ਿਰਕਤ ਕਰੋ ਅਤੇ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲ ਜਿਹੜੀਆਂ ਹੈਗੀਆਂ ਉਹ ਕਰਨਾ ਸ਼ੁਰੂ ਕਰ ਦਿਓ। ਅਤੇ ਮੈਂ ਆਪਣਾ ਇਹ ਛੋਟਾ ਜਿਹਾ ਜਿਹੜਾ ਲੇਖ ਹੈਗਾ ਇਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ। ਡਾਕਟਰ ਅਬਰਾਹਮ ਕਬੂਰ ਦਾ ਜਨਮ 10 ਅਪ੍ਰੈਲ 1898 ਨੂੰ ਭਾਰਤ ਦੇ ਸੂਬੇ ਕੇਰਲਾ ਦੇ ਪਿੰਡ ਤਿਰੂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਇੱਕ ਗਿਰਜੇ ਦੇ ਪਾਦਰੀ ਸਨ, ਇਸ ਲਈ ਘਰ ਦਾ ਮਾਹੌਲ ਧਾਰਮਿਕ ਅਤੇ ਪਛਾਣ ਖਿੱਚੂ ਸੀ। ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਬਾਅਦ ਮਾਪਿਆਂ ਨੇ ਆਪ ਨੂੰ ਪਾਦਰੀ ਬਣਾਉਣ ਦੀ ਇੱਛਾ ਪ੍ਰਗਟ ਕੀਤੀ, ਪਰ ਉੱਚ ਵਿੱਦਿਆ ਹਾਸਲ ਕਰਨ ਦੇ ਦ੍ਰਿੜ ਇਰਾਦੇ ਨਾਲ ਉਹਨੇ ਇਹ ਵਿਚਾਰ ਠੁਕਰਾ ਦਿੱਤਾ। ਉੱਚ ਵਿੱਦਿਆ ਲਈ ਆਪ ਕਲਕੱਤੇ ਚਲੇ ਗਏ ਅਤੇ ਇੱਥੇ ਬਨਸਪਤੀ ਵਿਗਿਆਨ ਦੀ ਪੜ੍ਹਾਈ ਵੇਲੇ ਆਪ ਨੇ ਤਰਕਸ਼ੀਲ ਸਾਹਿਤ ਨੂੰ ਘੋਖਿਆ ਅਤੇ ਪਰਖਿਆ। ਇਸ ਉੱਚ ਪੜ੍ਹਾਈ ਦੇ 4 ਸਾਲਾਂ ਅਤੇ ਤਰਕਸ਼ੀਲ ਸਾਹਿਤ ਨੇ ਆਪ ਜੀ ਨੂੰ ਧਰਮ ਦੇ ਸ਼ਿਕੰਜੇ ਵਿੱਚੋਂ ਬਾਹਰ ਕੱਢ ਮਾਰਿਆ। ਉਚੇਰੀ ਪੜ੍ਹਾਈ ਤੋਂ ਬਾਅਦ ਡਾਕਟਰ ਕਬੂਰ ਨੇ ਕਈ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਇਆ। ਉਹਨਾਂ ਥੋੜ੍ਹੀ ਦੇਰ CMS ਕਾਲਜ ਕੇਰਲਾ ਵਿੱਚ ਵੀ ਇੱਕ ਬਨਸਪਤੀ ਵਿਗਿਆਨ ਬੋਟਨੀ ਦੇ ਲੈਕਚਰਾਰ ਦੇ ਤੌਰ 'ਤੇ ਨੌਕਰੀ ਕੀਤੀ। ਫਰਵਰੀ 1928 ਵਿੱਚ ਕੇਂਦਰੀ ਕਾਲਜ ਦੇ ਸੱਦੇ ਉੱਤੇ ਆਪ ਜਾਫਨਾ ਸ਼੍ਰੀਲੰਕਾ ਚਲੇ ਗਏ ਅਤੇ ਇੱਥੇ ਬਨਸਪਤੀ ਵਿਗਿਆਨ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਬਾਈਬਲ ਪੜ੍ਹਾਉਣ ਲਈ ਬੇਨਤੀ ਕੀਤੀ ਗਈ। ਨਤੀਜਾ ਬੜਾ ਦਿਲਚਸਪ ਆਇਆ। ਸਾਰੇ ਹੀ ਵਿਦਿਆਰਥੀ ਬਾਈਬਲ ਦੀ ਪੜ੍ਹਾਈ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਏ, ਪਰ ਦੂਜੇ ਪਾਸੇ ਚਮਤਕਾਰ ਇਹ ਹੋਇਆ ਕਿ ਡਾਕਟਰ ਕਬੂਰ ਦੇ ਵਿਚਾਰਾਂ ਕਰਕੇ ਵਿਦਿਆਰਥੀਆਂ ਦਾ ਬਾਈਬਲ ਵਿੱਚੋਂ ਯਕੀਨ ਬਿਲਕੁਲ ਹੀ ਉੱਡ ਗਿਆ। ਸ਼੍ਰੀਲੰਕਾ ਵਿੱਚ ਨੌਕਰੀ ਕਰਨ ਤੋਂ ਪਹਿਲਾਂ ਉਹਨਾਂ ਇੱਕ ਜੱਜ ਦੀ ਬੇਟੀ ਕੁੰਜਾਮਾ ਨਾਲ ਵਿਆਹ ਕਰਵਾ ਲਿਆ ਅਤੇ ਉਹਨਾਂ ਦਾ ਇੱਕ ਬੇਟਾ ਹੋਇਆ ਜਿਹਦਾ ਨਾਂ ਉਹਨਾਂ ਏਰੀਜ਼ ਰੱਖਿਆ। ਜਾਫਨਾ ਕਾਲਜ ਵਿੱਚ 15 ਸਾਲ 1943 ਤੱਕ ਡਾਕਟਰ ਕਬੂਰ ਨੇ ਬਨਸਪਤੀ ਵਿਗਿਆਨ ਪੜ੍ਹਾਇਆ। ਇਸ ਤੋਂ ਬਾਅਦ ਉਹਨਾਂ ਰਿਚਮੰਡ ਕਾਲਜ ਗੈਲੇ ਅਤੇ ਸੇਂਟ ਥੋਮਸ ਕਾਲਜ ਮਾਊਂਟ ਲਵੀਨੀਆ 1947 ਤੋਂ 1957 ਤੱਕ ਪੜ੍ਹਾਇਆ। ਇੱਥੇ ਆਪ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਰਹੇ। 1959 ਵਿੱਚ ਥਰਸਟਨ ਕਾਲਜ ਕੋਲੰਬੋ ਤੋਂ ਆਪ ਸੇਵਾ ਮੁਕਤ ਹੋਏ। ਉਹਨਾਂ ਇੱਕ ਹਿਪਨੋਥੈਰੇਪਿਸਟ ਅਤੇ ਅਪਲਾਈਡ ਸਾਈਕੋਲੋਜੀ ਦੀ ਵੀ ਪ੍ਰੈਕਟਿਸ ਕੀਤੀ। ਸੇਵਾ ਮੁਕਤ ਹੋਣ ਬਾਅਦ ਉਹਨਾਂ ਆਪਣੀ ਸਾਰੀ ਜ਼ਿੰਦਗੀ ਤਰਕਸ਼ੀਲ ਲਹਿਰ ਦੇ ਲੇਖੇ ਲਾਤੀ। ਉਹਨਾਂ ਸਲੋਨ ਰੈਸ਼ਨਲਿਸਟ ਐਸੋਸੀਏਸ਼ਨ 1960 ਵਿੱਚ ਬਣਾਈ ਅਤੇ ਮਰਦੇ ਦਮ ਤੱਕ ਉਹਦੇ ਯਾਨੀ 18 ਸਤੰਬਰ 1978 ਤੱਕ ਜਦ ਉਹਨਾਂ ਨੂੰ ਕੈਂਸਰ ਨੇ ਆ ਘੇਰਿਆ ਪ੍ਰਧਾਨ ਰਹੇ। ਉਹਨਾਂ ਇੱਕ ਸਾਲਾਨਾ ਪਰਚਾ ਸਲੋਨ ਰੈਸ਼ਨਲਿਸਟ ਅੰਬੈਸਡਰ ਵੀ ਚਲਾਇਆ। ਡਾਕਟਰ ਕਬੂਰ ਦੀ ਹਮਸਫਰ ਕੁੰਜਾਮਾ
1976 ਵਿੱਚ ਉਹਨਾਂ ਦਾ ਸਾਥ ਸਦਾ ਲਈ ਇਸ ਦੁਨੀਆ ਤੋਂ ਛੱਡ ਗਈ। ਡਾਕਟਰ ਕਪੂਰ ਨੇ ਆਪਣੀ ਵਸੀਅਤ ਵਿੱਚ ਲਿਖਿਆ, ਮੇਰੇ ਮਰਨ ਬਾਅਦ ਮੇਰੇ ਸਰੀਰ ਨੂੰ ਦਫਨਾਇਆ ਨਾ ਜਾਵੇ ਅਤੇ ਨਾ ਹੀ ਮੇਰੀ ਸਾਥਣ ਦੇ ਸਰੀਰ ਨੂੰ ਮਰਨ ਤੋਂ ਬਾਅਦ ਕਿਤੇ ਦੱਬਿਆ ਜਾਵੇ। ਅਸੀਂ ਆਪਣੇ ਸਰੀਰਾਂ ਨੂੰ ਮੈਡੀਕਲ ਕਾਲਜਾਂ ਦੀ ਵਰਤੋਂ ਲਈ ਅਰਪਣ ਕਰਦੇ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰਾ ਕੰਗਾਲ ਸਕੈਲਟਨ ਥਰਸਟਨ ਕਾਲਜ ਕੋਲੰਬੋ ਨੂੰ ਦੇ ਦਿੱਤਾ ਜਾਵੇ, ਜਿੱਥੇ ਮੈਂ ਬਹੁਤ ਵਾਰੀ ਪੜ੍ਹਾਇਆ ਸੀ। ਇਹ ਕੰਮ ਮੈਂ ਆਪਣੇ ਪੁੱਤਰ ਐਰੀਜ਼ ਕਪੂਰ ਨੂੰ ਸੌਂਪਦਾ ਹਾਂ, ਜੋ ਕਿ ਸੋਰਬੋਨ ਯੂਨੀਵਰਸਿਟੀ ਪੈਰਿਸ ਫਰਾਂਸ ਵਿੱਚ ਇੱਕ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ ਫੌਰਨ ਹੀ ਆਈ ਬੈਂਕ ਨੂੰ ਦੇ ਦਿੱਤੀਆਂ ਜਾਣ। ਡਾਕਟਰ ਕਪੂਰ ਦੁਨੀਆ ਭਰ ਦੇ ਮਨੋਚਿਕਿਤਸਾਂ ਵਿੱਚੋਂ ਪਹਿਲਾ ਅਜਿਹਾ ਵਿਅਕਤੀ ਸੀ ਜਿਸ ਨੂੰ ਅਮਰੀਕਾ ਦੀ ਮਿਨਸੋਟਾ ਨਾਮੀ ਸੰਸਥਾ ਨੇ ਇਸ ਖੇਤਰ ਵਿੱਚ ਪ੍ਰਭਾਵਸ਼ਾਲੀ ਖੋਜ ਕਰਨ ਬਦਲੇ ਡਾਕਟਰੇਟ PhD ਦੀ ਡਿਗਰੀ ਪ੍ਰਦਾਨ ਕੀਤੀ। ਡਾਕਟਰ ਕਪੂਰ ਦਾ ਦਾਅਵਾ ਸੀ ਕਿ ਜਿਹੜੇ ਵਿਅਕਤੀ ਆਪਣੇ ਕੋਲ ਆਤਮਿਕ ਜਾਂ ਅਲੌਕਿਕ ਸ਼ਕਤੀਆਂ ਹੋਣ ਦਾ ਪਖੰਡ ਕਰਦੇ ਹਨ, ਉਹ ਜਾਂ ਤਾਂ ਦਿਮਾਗੀ ਗੜਬੜ ਦਾ ਸ਼ਿਕਾਰ ਹੁੰਦੇ ਹਨ ਅਤੇ ਜਾਂ ਫਿਰ ਧੋਖੇਬਾਜ਼ ਹੁੰਦੇ ਹਨ। ਇਸ ਦੁਨੀਆ ਵਿੱਚ ਨਾ ਤਾਂ ਕੋਈ ਅਲੌਕਿਕ ਸ਼ਕਤੀ ਵਾਲਾ ਕਦੇ ਕੋਈ ਪੈਦਾ ਹੋਇਆ ਹੈ ਅਤੇ ਨਾ ਹੀ ਕਿਸੇ ਕੋਲ ਕੋਈ ਗੈਬੀ ਸ਼ਕਤੀ ਹੁੰਦੀ ਹੈ। ਇਹਨਾਂ ਦੀ ਹੋਂਦ ਸਿਰਫ ਧਾਰਮਿਕ ਗ੍ਰੰਥਾਂ ਅਤੇ ਸਨਸਨੀ ਫੈਲਾਉਣ ਵਾਲੇ ਪੰਨਿਆਂ ਉੱਤੇ ਹੀ ਹੁੰਦੀ ਹੈ। ਅਬਰਾਹਮ ਥੋਮਸ ਕਪੂਰ ਉਹ ਮਹਾਨ ਵਿਗਿਆਨਕ ਸੀ ਜਿਨੇ ਆਪਣੀ ਸਾਰੀ ਜ਼ਿੰਦਗੀ ਨੂੰ ਲੋਕਾਂ ਨੂੰ ਭਰਮਾਂ ਵਿੱਚੋਂ ਬਾਹਰ ਕੱਢ ਕੇ ਤਰਕ ਨਾਲ ਜ਼ਿੰਦਗੀ ਜਿਊਣਾ ਸਿਖਾਇਆ। ਉਹ ਲਗਭਗ ਅੱਧੀ ਸਦੀ ਪ੍ਰੇਤ ਘਰਾਂ, ਕਬਰਸਤਾਨਾਂ ਅਤੇ ਸ਼ਮਸ਼ਾਨ ਘਾਟਾਂ ਵਿੱਚ ਸੌਂਦਾ ਰਿਹਾ ਅਤੇ ਆਪਣੇ ਤਜਰਬਿਆਂ ਦੇ ਆਧਾਰ ਉਸਨੇ ਆਪਣੀਆਂ ਕਿਤਾਬਾਂ ਲਿਖੀਆਂ, ਜੋ ਪੰਜਾਬੀ ਵਿੱਚ ਤਰਕਸ਼ੀਲਤਾ ਦੇ ਮੋਢੀ ਮੇਘਰਾਜ ਮਿੱਤਰ ਨੇ ਅਨੁਵਾਦ ਕਰਕੇ ਛਾਪੀਆਂ। ਡਾਕਟਰ ਕਪੂਰ ਦੀ ਕਿਤਾਬ ਗੋਡ, ਡੀਮਨਸ ਐਂਡ ਸਪਿਰਿਟਸ ਜਿਹੜੀ ਹੈਗੀ ਆ, ਗੋਡ, ਡੀਮਨਸ ਐਂਡ ਸਪਿਰਿਟਸ, ਜਿਹਦਾ ਇਨਕੇ ਤਰਜਮਾ ਜਿਹੜਾ ਸੀਗਾ ਕੀਤਾ ਗਿਆ ਅਤੇ ਦੇ ਪੁਰਸ਼ਾਰ ਗਏ ਨੂੰ 208 ਵਿੱਚ ਸ਼੍ਰੋਮਣੀ ਡਾਕਟਰ ਕਪੂਰ ਦੀ ਕਿਤਾਬ ਗੋਡ, ਡੀਮਨਸ ਐਂਡ ਸਪਿਰਿਟਸ, ਦੇਵ ਦੈਂਤ ਅਤੇ ਰੂਹਾਂ ਨੂੰ 208 ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੰਜਾਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਬੰਦੀਸ਼ੁਦਾ ਕਰਾਰ ਦੇ ਦਿੱਤਾ ਸੀ। ਮਸ਼ਹੂਰ ਅਤੇ ਹਰਮਨ ਪਿਆਰੇ ਤਰਕਸ਼ੀਲ ਬਸਾਵਾ ਪ੍ਰੇਮਾਨੰਦ, ਜਿਹਨਾਂ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦਾ ਮੁੱਢ ਬਣਿਆ ਸੀ, ਡਾਕਟਰ ਕਪੂਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਡਾਕਟਰ ਕਪੂਰ ਨੇ 1963 ਵਿੱਚ ਇੱਕ ਲੱਖ ਰੁਪਈਆ ਸ਼੍ਰੀਲੰਕਾ ਦੇ ਰੁਪਈਆਂ ਦਾ ਇਨਾਮ ਵੀ ਸ਼ੁਰੂ ਕੀਤਾ ਕਿ ਅਗਰ ਕੋਈ ਗੈਬੀ ਸ਼ਕਤੀ ਦਿਖਾ ਸਕੇ ਤਾਂ ਉਹ ਇਹ ਇਨਾਮ ਜਿੱਤ ਸਕਦਾ ਹੈ, ਪਰ ਅੱਜ ਤੱਕ ਕੋਈ ਵੀ ਇਹ ਇਨਾਮ ਜਿੱਤ ਨਹੀਂ ਸਕਿਆ। ਜਿੰਨਾ ਇਨਾਮ ਕੋਈ ਵਿਅਕਤੀ ਜਿੱਤਣਾ ਚਾਹੁੰਦਾ ਸੀ, ਓਨੀ ਹੀ ਜ਼ਮਾਨਤ ਦੀ ਰਕਮ ਉਸ ਨੂੰ ਜਮ੍ਹਾਂ ਕਰਾਉਣੀ ਪੈਂਦੀ ਸੀ। ਹੌਲੀ ਹੌਲੀ ਉਸਨੇ ਜ਼ਮਾਨਤ ਦੀ ਰਾਸ਼ੀ ਸਿਰਫ 1000 ਰੁਪਈਆ ਕਰ ਦਿੱਤੀ ਅਤੇ ਇਨਾਮ ਦੀ ਰਾਸ਼ੀ 1 ਲੱਖ ਰੁਪਈਆ ਪੰਜਾਬ ਦੇ ਤਰਕਸ਼ੀਲਾਂ ਨੇ ਵੀ ਉਹਨਾਂ 23 ਸ਼ਰਤਾਂ ਉੱਪਰ ਚੱਲਦੇ ਹੋਏ 1 ਕਰੋੜ ਰੁਪਏ ਦੀ ਰਾਸ਼ੀ ਦਾ ਇਨਾਮ ਰੱਖਿਆ ਹੋਇਆ ਹੈ। ਇਸੇ ਲੜੀ ਵਿੱਚ ਜਦ ਬਰਤਾਨੀਆ ਦੀ ਤਰਕਸ਼ੀਲ ਸੁਸਾਇਟੀ 1997 ਵਿੱਚ ਹੋਂਦ ਵਿੱਚ ਆਈ ਤਾਂ ਰਾਸ਼ੀ ਦਾ ਇਨਾਮ 1 ਲੱਖ ਪਾਉਂਡ ਕਰ ਦਿੱਤਾ ਗਿਆ। ਮੈਂ ਖੁਦ ਵੀ ਨਾਲ 1 ਲੱਖ ਪਾਉਂਡ ਦਾ ਇਨਾਮ ਚੈਲੰਜ ਦੇ ਤੌਰ 'ਤੇ ਰੱਖਿਆ ਹੈ, ਪਰ ਵਿਦੇਸ਼ਾਂ ਵਿੱਚ ਵੀ ਕੋਈ ਅਜੇ ਇਨਾਮ ਜਿੱਤਣ ਲਈ ਅੱਗੇ ਨਹੀਂ ਆਇਆ। ਇਨਾਮ ਦੀਆਂ ਸ਼ਰਤਾਂ ਵਿੱਚ ਕਰਾਮਾਤੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਭਜਾਉਣ ਲਈ ਅਤੇ ਲੋਕਾਂ ਵਿੱਚ ਉਹਨਾਂ ਦਾ ਭੰਡੀ ਪ੍ਰਚਾਰ ਕਰਨ ਲਈ ਬਹੁਤ ਸਾਰੀਆਂ ਸ਼ਰਤਾਂ ਹਨ। ਅਮਰੀਕਾ ਦੀ ਇੱਕ ਸੰਸਥਾ ਸਕੈਪਟੀਕਲ ਇਨਕਿਊਰਰ ਨੇ 1860 ਵਿੱਚ ਇਹਨਾਂ ਕਰਾਮਾਤੀ ਸ਼ਕਤੀਆਂ ਦੇ ਦਾਅਵੇਦਾਰਾਂ ਦੇ ਲਈ $1 ਮਿਲੀਅਨ ਦਾ ਇਨਾਮ ਘੋਸ਼ਿਤ ਕੀਤਾ ਸੀ। $1 ਮਿਲੀਅਨ ਦਾ ਅੱਜ ਵੀ 7 ਕਰੋੜ ਰੁਪਏ ਤੋਂ ਉੱਪਰ ਦੀ ਰਕਮ ਬਣਦੀ ਹੈ। ਚਮਤਕਾਰੀ ਸ਼ਕਤੀ ਕਿਸੇ ਵੀ ਵਿਅਕਤੀ ਵਿੱਚ ਹੋ ਹੀ ਨਹੀਂ ਸਕਦੀ ਅਤੇ ਇਹ ਗੱਲ ਸਾਇੰਸ ਵਿਗਿਆਨ ਦੇ ਨਿਯਮਾਂ ਦੇ ਉਲਟ ਹੈ। ਕੋਈ ਵੀ ਇਨਸਾਨ ਹਵਾ ਵਿੱਚ ਉੱਡ ਨਹੀਂ ਸਕਦਾ ਕਿਉਂਕਿ ਉਡਾਣ ਭਰਨ ਦੀਆਂ ਕੁਝ ਆਪਣੀਆਂ ਸ਼ਰਤਾਂ ਹਨ। ਕੋਈ ਵੀ ਚੀਜ਼ ਬਗੈਰ ਕਿਸੇ ਤਾਕਤ ਦੇ ਕਿਰਿਆ ਕਰਨ ਤੋਂ ਹਿੱਲ ਨਹੀਂ ਸਕਦੀ। ਜੇ ਕੋਈ ਦਾਅਵਾ ਕਰਦਾ ਹੈ ਕਿ ਉਸ ਕੋਲ ਕਿਸੇ ਵਸਤੂ ਨੂੰ ਹਿਲਾਉਣ ਲਈ ਕਰਾਮਾਤੀ ਸ਼ਕਤੀ ਹੈ ਤਾਂ ਉਹ ਸਰਾਸਰ ਧੋਖਾ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਧਾਰਮਿਕ ਪ੍ਰਚਾਰਕਾਂ ਦਾ ਹਮੇਸ਼ਾ ਤੋਂ ਹੀ ਇਹ ਯਤਨ ਰਿਹਾ ਹੈ ਕਿ ਮੌਤ ਦੀਆਂ ਗੱਲਾਂ ਕਰਕੇ ਉਹ ਲੋਕਾਂ ਨੂੰ ਡਰਾਉਣ। ਮਰਨ ਉਪਰੰਤ ਜੀਵਨ ਵਿੱਚ ਪ੍ਰਾਪਤ ਹੋਣ ਵਾਲੇ ਸੁੱਖਾਂ ਅਤੇ ਸਜ਼ਾਵਾਂ ਦੀ ਗੱਲ ਕਰਕੇ ਹੀ ਪੁਰੋਹਿਤ ਲੋਕ ਆਮ ਜਨਤਾ ਦਾ ਸ਼ੋਸ਼ਣ ਕਰਦੇ ਹਨ। ਡਾਕਟਰ ਕਪੂਰ ਰਹੱਸਮਈ ਕੇਸਾਂ ਘਟਨਾਵਾਂ ਦੀ ਪੜਤਾਲ ਲਈ ਦੂਰ ਦਰਾਡੇ ਗਏ। ਅਖਬਾਰਾਂ ਵਿੱਚ ਛਪਦੀਆਂ ਅਜਿਹੀਆਂ ਰਹੱਸਮਈ ਘਟਨਾਵਾਂ ਦਾ ਉਹ ਖਾਸ ਖਿਆਲ ਰੱਖਦੇ ਅਤੇ ਉਹਨਾਂ ਦੀ ਅਸਲੀਅਤ ਜਾਣਨ ਦੀ ਖੋਜ ਵਿੱਚ ਜੁਟ ਜਾਂਦੇ। ਇਸ ਕਾਜ ਵਿੱਚ ਉਹਨਾਂ ਦੀ ਜੀਵਨ ਸਾਥਣ ਕੁਨਜ਼ਾਮਾ ਕਪੂਰ ਨੇ ਭਰਵਾਂ ਸਾਥ ਦਿੱਤਾ। ਹੁਣ ਦੇਖਣ ਪਰਖਣ ਵਾਲੀ ਗੱਲ ਇਹ ਹੈ ਕਿ ਉਹ ਕਿਹੜੀਆਂ ਗੱਲਾਂ ਸਨ ਜਿਨ੍ਹਾਂ ਨੇ ਡਾਕਟਰ ਕਪੂਰ ਨੂੰ ਤਰਕ ਨਾਲ ਜ਼ਿੰਦਗੀ ਜਿਊਣ ਵੱਲ ਤੋਰਿਆ। ਅੱਜ ਤੋਂ 1 ਸਦੀ ਪਹਿਲਾਂ ਸ਼੍ਰੀਲੰਕਾ ਵਿੱਚ ਉੱਚ ਵਿੱਦਿਆ ਲਈ ਕੋਈ ਕਾਲਜ ਨਹੀਂ ਸੀ ਹੁੰਦਾ ਅਤੇ ਡਾਕਟਰ ਕਪੂਰ ਅਤੇ ਉਸ ਦੇ ਭਰਾ ਨੂੰ ਇਹ ਉੱਚ ਵਿੱਦਿਆ ਕਲਕੱਤੇ ਜਾ ਕੇ ਕਰਨੀ ਪਈ। ਜਦੋਂ ਗੁਆਂਢੀਆਂ ਨੂੰ ਪਤਾ ਲੱਗਾ ਕਿ ਕਪੂਰਾਂ ਦੇ ਮੁੰਡੇ ਗੰਗਾ ਕਿਨਾਰੇ ਵਸੇ ਸ਼ਹਿਰ ਕਲਕੱਤੇ ਪੜ੍ਹਦੇ ਹਨ ਤਾਂ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਗੰਗਾ ਜਲ ਲਿਆ ਕੇ ਦੇਣ ਦੀ ਬੇਨਤੀ ਕੀਤੀ। ਡਾਕਟਰ ਕਪੂਰ ਨੇ ਦੇਖਿਆ ਕਿ ਗੰਗਾ ਨਦੀ ਵਿੱਚ ਤਾਂ ਵੱਡੀ ਮਾਤਰਾ ਵਿੱਚ ਮ੍ਰਿਤਕ ਲਾਸ਼ਾਂ ਵਹਿੰਦੀਆਂ ਹਨ ਕਿਉਂਕਿ ਉਹਨਾਂ ਸਮੇਂ ਵਿੱਚ ਲੋਕ ਆਪਣੇ ਮ੍ਰਿਤਕਾਂ ਦੇ ਸਰੀਰਾਂ ਨੂੰ ਗੰਗਾ ਨਦੀ ਵਿੱਚ ਬਹਾਉਣਾ ਚੰਗਾ ਸਮਝਦੇ ਸਨ।
ਬਨਸਪਤੀ ਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਡਾਕਟਰ ਕਪੂਰ ਜਾਣਦਾ ਸੀ ਕਿ ਗੰਗਾ ਜਲ ਜਰਮ ਰਹਿਤ ਨਹੀਂ ਹੋ ਸਕਦਾ। ਇਸ ਕਰਕੇ ਉਹ ਆਪਣੇ ਗੁਆਂਢੀਆਂ ਨੂੰ ਅਜਿਹਾ ਜਰਮਾਂ ਨਾਲ ਭਰਿਆ ਪਾਣੀ ਨਹੀਂ ਸੀ ਪਿਲਾ ਸਕਦਾ। ਇਹਦਾ ਇਲਾਜ ਉਹਨਾਂ ਇਹ ਕੀਤਾ ਕਿ ਵਾਪਸ ਜਾਣ ਵੇਲੇ ਕੋਟਾਰਕਾਰਾ ਦੇ ਸਟੇਸ਼ਨ ਤੋਂ 2 ਸ਼ੁੱਧ ਪਾਣੀ ਦੀਆਂ ਬੋਤਲਾਂ ਭਰ ਲਈਆਂ। ਬੱਸ ਡਰਾਈਵਰ ਅਤੇ ਬੱਸ ਕੰਡਕਟਰ ਨੂੰ ਇਹਨਾਂ ਮੁੰਡਿਆਂ ਕੋਲ ਗੰਗਾ ਜਲ ਹੋਣ ਦੀ ਜਦ ਭਿਣਕ ਪਈ ਤਾਂ ਉਹਨਾਂ ਨੇ ਖੁਦ ਆਪ ਇਹਨਾਂ ਦਾ ਸਮਾਨ ਵਧੀਆ ਢੰਗ ਨਾਲ ਸੰਭਾਲਿਆ ਅਤੇ ਬੜੇ ਸਤਿਕਾਰ ਨਾਲ 2 ਮੀਲ ਦਾ ਬਲ ਪਾ ਕੇ ਉਹਨਾਂ ਦੇ ਘਰ ਛੱਡ ਕੇ ਆਏ। ਜਾਣ ਲੱਗੇ ਥੋੜ੍ਹਾ ਜਿਹਾ ਗੰਗਾ ਜਲ ਸ਼ੀਸ਼ਿਆਂ ਵਿੱਚ ਲਿਜਾਣਾ ਨਾ ਭੁੱਲੇ। ਬਾਕੀ ਦਾ ਗੰਗਾ ਜਲ ਗੁਆਂਢੀਆਂ ਦੇ ਸਪੁਰਦ ਕਰ ਦਿੱਤਾ ਗਿਆ। ਅਗਲੇ ਸਾਲ ਜਦੋਂ ਉਹ ਆਪਣੇ ਪਿੰਡ ਛੁੱਟੀ ਕੱਟਣ ਆਏ ਤਾਂ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਗੰਗਾ ਜਲ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਇੱਕ ਔਰਤ ਨੇ ਦੱਸਿਆ ਕਿ ਸਾਡੀ ਦਾਦੀ ਨੂੰ ਦਸਤ ਲੱਗੇ ਹੋਏ ਸਨ ਅਤੇ ਅਸੀਂ 2 ਤੁਪਕੇ ਗੰਗਾ ਜਲ ਦੇ ਸ਼ਹਿਦ ਵਿੱਚ ਮਿਲਾ ਕੇ ਦੇ ਦਿੱਤੇ ਅਤੇ ਉਸ ਦੇ ਦਸਤ ਬੰਦ ਹੋ ਗਏ। ਇੱਕ ਹੋਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਬੁਖਾਰ ਨਹੀਂ ਸੀ ਉਤਰਿਆ ਅਤੇ ਜਦ ਉਹਨਾਂ 2 ਤੁਪਕੇ ਗੰਗਾ ਜਲ ਦੇ ਦਿੱਤੇ ਤਾਂ ਉਹ ਬਿਲਕੁਲ ਠੀਕ ਹੋ ਗਈ। ਇੱਕ ਗੁਆਂਢੀ ਨੇ ਦੱਸਿਆ, ਮੈਂ ਆਪਣੇ ਖੇਤ ਵਿੱਚ 2 ਅੰਬਾਂ ਦੇ ਬੂਟੇ ਲਾਏ ਅਤੇ ਇੱਕ ਨੂੰ 2 ਬੂੰਦਾਂ ਗੰਗਾ ਜਲ ਦੀਆਂ ਪਾ ਦਿੱਤੀਆਂ। ਉਹ ਅੰਬ ਦਾ ਬੂਟਾ ਦਿਨਾਂ ਵਿੱਚ ਹੀ ਬਦਲ ਫੁੱਲਣ ਲੱਗ ਪਿਆ ਅਤੇ ਜਿਸ ਅੰਬ ਦੇ ਬੂਟੇ ਨੂੰ ਗੰਗਾ ਜਲ ਨਹੀਂ ਪਾਇਆ ਗਿਆ ਸੀ ਉਹ ਬੂਟਾ ਮੁਰਝਾ ਗਿਆ। ਡਾਕਟਰ ਕਪੂਰ ਅਤੇ ਉਸ ਦਾ ਭਰਾ ਆਪਣੇ ਮਨ ਵਿੱਚ ਹੱਸ ਵੀ ਰਹੇ ਸਨ ਅਤੇ ਸੋਚ ਵੀ ਰਹੇ ਸਨ। ਇਹ ਪਹਿਲੀ ਘਟਨਾ ਸੀ ਜਿਸ ਨੇ ਡਾਕਟਰ ਕਪੂਰ ਨੂੰ ਤਰਕ ਨਾਲ ਸੋਚਣ ਵੱਲ ਲਾਗ ਲਾਈ ਸੀ। ਡਾਕਟਰ ਕਪੂਰ ਤੋਂ ਸਿੱਖਦੇ ਹੋਏ ਪੰਜਾਬ ਦੇ ਤਰਕਸ਼ੀਲਾਂ ਨੇ ਬਹੁਤ ਸਾਰੇ ਅਜੀਬ ਕਿਸਮ ਦੇ ਕੇਸ ਸਫਲਤਾਪੂਰਵਕ ਹੱਲ ਕੀਤੇ ਹਨ। ਇੱਕ ਕੇਸ ਦਾ ਜ਼ਿਕਰ ਕਰਦੇ ਹੋਏ ਡਾਕਟਰ ਕਪੂਰ ਲਿਖਦੇ ਹਨ ਕਿ ਇੱਕ ਨੌਜਵਾਨ ਪ੍ਰੋਫੈਸਰ ਆਪਣੇ ਕੋਲ ਪੜ੍ਹਦੀ ਇੱਕ ਕੁੜੀ ਵਿੱਚ ਬਹੁਤ ਹੀ ਦਿਲਚਸਪੀ ਲੈਣ ਲੱਗ ਪਏ ਅਤੇ ਕੁਝ ਸਾਲ ਪੜ੍ਹਾਉਣ ਤੋਂ ਬਾਅਦ ਉਹ ਉਸ ਲੜਕੀ ਦੇ ਬਾਪ ਕੋਲ ਚਲਾ ਗਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਪ੍ਰੋਫੈਸਰ ਦੀ ਹੈਸੀਅਤ ਅਤੇ ਉਸ ਦੇ ਅਮੀਰਾਂ ਵਾਲੇ ਜੀਵਨ ਨੂੰ ਵੇਖਦੇ ਹੋਏ ਲੜਕੀ ਦੇ ਪਿਤਾ ਨੇ ਹਾਂ ਕਰ ਦਿੱਤੀ ਅਤੇ ਖੁਸ਼ੀ-ਖੁਸ਼ੀ ਲੜਕੀ ਦੀ ਡੋਲੀ ਉਸ ਨਾਲ ਤੋਰ ਦਿੱਤੀ। ਪਰ ਵਿਆਹ ਤੋਂ 5 ਸਾਲ ਬਾਅਦ ਵੀ ਲੜਕੀ ਦੇ ਘਰ ਕੋਈ ਬੱਚਾ ਪੈਦਾ ਨਾ ਹੋਇਆ ਤਾਂ ਮਾਂ-ਬਾਪ ਫਿਕਰਮੰਦ ਹੋ ਗਏ। ਉਹਨਾਂ ਡਾਕਟਰ ਕਪੂਰ ਨਾਲ ਸੰਪਰਕ ਕੀਤਾ। ਡਾਕਟਰ ਕਪੂਰ ਅਤੇ ਉਹਨਾਂ ਦੀ ਜੀਵਨ ਸਾਥਣ ਨੇ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ, ਪ੍ਰੋਫੈਸਰ ਸਾਹਿਬ ਬਹੁਤ ਚੰਗੇ ਇਨਸਾਨ ਹਨ ਅਤੇ ਮੈਨੂੰ ਹਰ ਸੁੱਖ ਸਹੂਲਤ ਦੇਣ ਲਈ ਸਦਾ ਤਿਆਰ ਰਹਿੰਦੇ ਹਨ, ਪਰ ਸਰੀਰਕ ਤੌਰ 'ਤੇ ਉਹ ਮੈਨੂੰ ਹੱਥ ਵੀ ਨਹੀਂ ਲਾਉਂਦੇ। ਪ੍ਰੋਫੈਸਰ ਸਾਹਿਬ ਨੂੰ ਜਦ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਕਿਹਾ, ਇਸ ਲੜਕੀ ਦੀ ਸ਼ਕਲ ਤਾਂ ਮੇਰੀ ਮਾਂ ਨਾਲ ਮਿਲਦੀ ਹੈ। ਮੇਰੇ ਬਾਪ ਦੀ ਮੌਤ ਤੋਂ ਬਾਅਦ ਮੈਂ ਅਕਸਰ ਆਪਣੀ ਮਾਂ ਨਾਲ ਹੀ ਸੋਇਆ ਕਰਦਾ ਸੀ, ਪਰ ਕੁੜੀ ਨੂੰ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰਨ ਤੋਂ 2 ਮਹੀਨੇ ਪਹਿਲਾਂ ਮੇਰੀ ਮਾਂ ਮਰ ਗਈ ਅਤੇ ਹੁਣ ਲੜਕੀ ਵਿੱਚ ਮੈਨੂੰ ਮੇਰੀ ਮਾਂ ਹੀ ਨਜ਼ਰ ਆਉਂਦੀ ਹੈ। ਕਪੂਰ ਦੇ ਲੜਕੀ ਨੂੰ ਦਿੱਤੇ ਪਹਿਲ ਕਰਨ ਦੇ ਸਲਾਹ ਮਸ਼ਵਰੇ ਨਾਲ ਸਾਲ ਅੰਦਰ ਹੀ ਉਸ ਜੋੜੀ ਦੇ ਬੱਚਾ ਪੈਦਾ ਹੋ ਗਿਆ। ਅਜਿਹੇ ਹੀ ਇੱਕ ਹੋਰ ਗੰਭੀਰ ਕੇਸ ਨੂੰ ਡਾਕਟਰ ਕਪੂਰ ਨੇ ਸਫਲਤਾਪੂਰਵਕ ਹੱਲ ਕੀਤਾ। ਇੱਕ ਸਰਕਾਰੀ ਮੁਲਾਜ਼ਮ ਨੇ 60 ਸਾਲਾਂ ਦੀ ਉਮਰ ਵਿੱਚ ਰਿਟਾਇਰਡ ਹੋਣ ਤੋਂ ਬਾਅਦ ਇੱਕ 37 ਸਾਲਾਂ ਦੀ ਔਰਤ ਜ਼ਰੀਨਾ ਨਾਲ ਵਿਆਹ ਕਰਵਾ ਲਿਆ। ਜ਼ਰੀਨਾ ਦੀ ਇਹ ਪਹਿਲੀ ਸ਼ਾਦੀ ਸੀ, ਪਰ ਉਸ ਦੇ ਪਤੀ ਦੀ ਦੂਜੀ ਸ਼ਾਦੀ ਸੀ। ਇੱਕ ਲੜਕਾ ਅਤੇ ਲੜਕੀ ਇਸ ਜੋੜੇ ਨੇ ਪੈਦਾ ਕੀਤੇ ਅਤੇ ਇਸ ਤੋਂ ਬਾਅਦ ਉਹਨਾਂ ਨੇ ਹੋਰ ਨਾ ਬੱਚਾ ਪੈਦਾ ਕਰਨ ਦਾ ਫੈਸਲਾ ਲੈ ਲਿਆ। ਦੋਵੇਂ ਤੀਵੀਂ ਆਦਮੀ ਅਲੱਗ-ਅਲੱਗ ਕਮਰੇ ਵਿੱਚ ਸੌਣ ਲੱਗ ਪਏ। ਜ਼ਰੀਨਾ ਈਸਾਈ ਧਰਮ ਨੂੰ ਮੰਨਦੀ ਸੀ, ਇਸ ਲਈ ਉਸ ਨੂੰ ਸੁਪਨਿਆਂ ਵਿੱਚ ਉਸ ਦਾ ਇੱਕ ਸੰਤ ਦਿਖਾਈ ਦੇਣ ਲੱਗ ਪਿਆ। ਸੁਪਨੇ ਵਿੱਚ ਉਹ ਉਸ ਨੂੰ ਘੜੀਸ ਕੇ ਗੁਸਲਖਾਨੇ ਵਿੱਚ ਲੈ ਜਾਂਦਾ ਅਤੇ ਹਰ ਕਿਸਮ ਦੀਆਂ ਹਰਕਤਾਂ ਉਸ ਨਾਲ ਕਰਦਾ। ਉਹ ਔਰਤ ਆਪਣੇ ਸੰਤ ਨੂੰ ਹੀ ਆਪਣਾ ਪਤੀ ਸਮਝਣ ਲੱਗ ਪਈ ਅਤੇ ਉਹ ਗਰਭਵਤੀ ਹੋ ਗਈ। ਉਸ ਦਾ ਪੇਟ ਵਧਣ ਲੱਗਾ ਅਤੇ ਉਹ ਦਿਨ ਰਾਤ ਸੋਚਦੀ ਰਹਿੰਦੀ ਕਿ ਲੋਕ ਉਸ ਨੂੰ ਕੀ ਕਹਿਣਗੇ ਕਿ ਇੱਕ ਹਰਾਮੀ ਬੱਚੇ ਨੇ ਉਸ ਦੇ ਪੇਟ ਵਿੱਚੋਂ ਜਨਮ ਲਿਆ ਹੈ ਅਤੇ ਇਸ ਤਰ੍ਹਾਂ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਬਹੁਤ ਬਦਨਾਮੀ ਹੋਵੇਗੀ। ਜਦ ਡਾਕਟਰ ਕਪੂਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਪਣੇ ਸੁਝਾਵਾਂ ਰਾਹੀਂ ਉਸ ਦਾ ਗਰਭ ਠਹਿਰਨ ਦਾ ਇਹ ਮਨੋਭਰਮ ਸਦਾ ਲਈ ਖਤਮ ਕਰ ਦਿੱਤਾ ਅਤੇ ਉਹ ਔਰਤ ਬਿਲਕੁਲ ਠੀਕ ਹੋ ਗਈ। ਇੱਕ ਵਾਰ ਭੂਤਾਂ ਪ੍ਰੇਤਾਂ ਦੀ ਤਲਾਸ਼ ਵਿੱਚ ਡਾਕਟਰ ਕਪੂਰ ਅਤੇ ਉਸ ਦੇ ਕੁਝ ਦੋਸਤ ਇੱਕ ਜੰਗਲ ਵਿੱਚ ਗਏ। ਚਨਈਆ ਨਾਂ ਦੇ ਵਿਅਕਤੀ ਨੂੰ ਉਹਨਾਂ ਨੇ ਦਿਹਾੜੀ ਉੱਤੇ ਇੱਕ ਗਾਈਡ ਦੇ ਤੌਰ 'ਤੇ ਆਪਣੇ ਨਾਲ ਲੈ ਲਿਆ ਅਤੇ ਕਹਿਣ ਲੱਗੇ, ਆਪਾਂ ਉਲੂ ਮਾਦੀ ਦੇ ਨਜ਼ਦੀਕ ਵਾਲੇ ਜੰਗਲ ਵਿੱਚ ਜਾਣਾ ਹੈ। ਤਾਂ ਉਹ ਕਹਿਣ ਲੱਗਾ, ਉਸ ਜੰਗਲ ਵਿੱਚ ਅਸੀਂ ਨਹੀਂ ਜਾ ਸਕਦੇ ਕਿਉਂਕਿ ਉਸ ਜੰਗਲ ਦੀ ਰਾਖੀ ਤਾਂ ਕਦੇਰੀ ਨਾਂ ਦਾ ਭੂਤ ਕਰਦਾ ਹੈ। ਉਹਨੇ ਜੰਗਲ ਵਿੱਚੋਂ ਲਾਟਾਂ ਨਿਕਲਦੀਆਂ ਉਹਨਾਂ ਨੂੰ ਦੂਰੋਂ ਹੀ ਦਿਖਾਈਆਂ। ਰਾਤ ਜ਼ਿਆਦਾ ਹੋਣ ਕਾਰਨ ਉਹਨਾਂ ਨੇ ਦਿਨ ਚੜ੍ਹੇ ਉਸ ਸਥਾਨ ਉੱਤੇ ਜਾਣ ਦਾ ਮਨ ਬਣਾਇਆ। ਸਵੇਰੇ 7 ਵਜੇ ਜਦੋਂ ਉਹ ਉਸ ਸਥਾਨ ਉੱਤੇ ਪਹੁੰਚੇ ਤਾਂ ਉਹਨਾਂ ਨੇ ਉੱਥੇ 2 ਸੁੱਕੇ ਦਰੱਖਤ ਵੇਖੇ। ਡਾਕਟਰ ਕਪੂਰ ਨੇ ਉਸ ਦੇ ਕੁਝ ਸੱਕ ਚਾਕੂ ਨਾਲ ਉਤਾਰ ਲਏ। ਬਨਸਪਤੀ ਵਿਗਿਆਨ ਦਾ ਪ੍ਰੋਫੈਸਰ ਹੋਣ ਦੇ ਕਾਰਨ ਪ੍ਰਯੋਗਸ਼ਾਲਾ ਦਾ ਉਹ ਇੰਚਾਰਜ ਸੀ। ਖੁਰਦਬੀਨ ਹੇਠਾਂ ਰੱਖੇ ਸੱਕਾਂ ਵਿੱਚ ਉਸ ਨੂੰ ਉੱਲੀ ਦੀ ਉਹ ਕਿਸਮ ਲੱਭੀ ਜਿਹੜੀ ਰਾਤ ਨੂੰ ਰੋਸ਼ਨੀ ਦਿੰਦੀ ਹੈ। ਇਸ ਤਰ੍ਹਾਂ ਉਹਨੇ ਹਰੇਕ ਘਟਨਾ ਦੇ ਪਿੱਛੇ ਵਿਗਿਆਨ ਦੇ ਕਾਰਨ ਲੱਭਣ ਦੀ ਪਿਰਤ ਪਾਈ। ਪੰਜਾਬ ਦੇ ਤਰਕਸ਼ੀਲਾਂ ਨੇ ਉਹਨਾਂ ਦੇ ਕਦਮਾਂ 'ਤੇ ਚੱਲਦਿਆਂ ਸੈਂਕੜੇ ਹੀ ਅਜਿਹੇ ਕੇਸ ਹੱਲ ਕੀਤੇ ਹਨ। ਦਰੱਖਤਾਂ ਵਿੱਚੋਂ ਦੁੱਧ ਨਿਕਲਣ ਦਾ ਮਸਲਾ ਹੋਵੇ ਜਾਂ ਦਰੱਖਤਾਂ ਦਾ ਹਨੇਰੀ ਤੋਂ ਬਾਅਦ ਡਿੱਗ ਕੇ ਖੜ੍ਹੇ ਹੋਣ ਦੀ ਘਟਨਾ ਹੋਵੇ, ਭਾਵੇਂ ਕਿਸੇ ਦੇ ਘਰ ਵਿੱਚ ਪਸ਼ੂਆਂ ਦੇ ਜੀਆਂ ਦੇ ਮਰਨ ਦਾ ਮਸਲਾ ਹੋਵੇ ਜਾਂ ਸੱਪਾਂ ਦੇ ਇੱਕ ਜਗ੍ਹਾ ਇਕੱਠੇ ਹੋਣ ਦੀ ਘਟਨਾ ਹੋਵੇ,
ਮੂਰਤੀਆਂ ਦੇ ਦੁੱਧ ਪੀਣ ਦਾ ਮਸਲਾ ਹੋਵੇ ਜਾਂ ਜ਼ਮੀਨ ਵਿੱਚੋਂ ਧਨ ਦੇ ਘੜੇ ਨਿਕਲਣ ਦੀ ਘਟਨਾ ਹੋਵੇ, ਘਰ ਵਿੱਚ ਕੱਪੜਿਆਂ ਨੂੰ ਅੱਗ ਲੱਗਦੀ ਹੋਵੇ ਜਾਂ ਕੋਈ ਘਰ ਵਿੱਚ ਖੂਨ ਦੇ ਛਿੱਟੇ ਸਿੱਟਦਾ ਜਾਂ ਰੋੜੇ ਇੱਟਾਂ ਮਾਰਦਾ ਹੋਵੇ, ਤਰਕਸ਼ੀਲ ਅਜਿਹੇ ਮਸਲਿਆਂ ਨੂੰ ਹੱਲ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਭਾਰਤ ਪੰਜਾਬ ਵਿੱਚ ਅਵਿਗਿਆਨਕ ਸੋਚ ਕਰਕੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਦਾ ਹੱਲ ਕਰਨ ਲਈ ਬਰਤਾਨੀਆ ਵਿੱਚ ਸਰਕਾਰੀ ਅਦਾਰੇ, ਸੋਸ਼ਲ ਸਰਵਿਸ ਮਹਿਕਮਿਆਂ ਵਾਂਗ ਉੱਥੇ ਘਾਟ ਹੋਣ ਕਾਰਨ ਬਾਬੇ, ਸਾਧ, ਪੀਰ, ਔਲੀਏ ਲੋਕਾਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਸਮਾਜਿਕ ਤਾਣਾ ਬਾਣਾ ਅਤੇ ਪੜ੍ਹਾਈ ਦਾ ਸਿਲੇਬਸ ਵੀ ਇਹਨਾਂ ਵਿਗਿਆਨਕ ਅਤੇ ਮਾਨਸਿਕ ਕਾਰਨਾਂ ਵੱਲ ਉਂਗਲ ਨਹੀਂ ਕਰਦਾ। ਜ਼ਿਆਦਾ ਲੋਕਾਂ ਦੀ ਧਾਰਮਿਕ ਬਿਰਤੀ ਹੋਣ ਕਰਕੇ ਕਰਾਮਾਤਾਂ, ਡਰ, ਸਹਿਮ, ਪਾਪ ਪਾਉਣ ਦਾ ਚੱਕਰ ਵੀ ਲੋਕਾਂ ਨੂੰ ਤਰਕਸ਼ੀਲ ਸੋਚ ਤੋਂ ਦੂਰ ਲਿਜਾਂਦਾ ਹੈ। ਪਰ ਇਹ ਡਾਕਟਰ ਕਪੂਰ ਦੀ ਪੰਜਾਬੀਆਂ ਨੂੰ ਹੀ ਨਹੀਂ ਸਗੋਂ ਅਜੋਕੇ ਸਮਾਜ ਵਿੱਚ ਸਾਰੇ ਭਾਰਤੀਆਂ ਨੂੰ ਇਹ ਬਹੁਤ ਵੱਡੀ ਦੇਣ ਹੈ ਜਿਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। 1976 ਵਿੱਚ ਡਾਕਟਰ ਕਪੂਰ ਦੀ ਪਤਨੀ ਜਦ ਮੌਤ ਨੂੰ ਪਿਆਰੀ ਹੋ ਗਈ ਤਾਂ ਉਹਨਾਂ ਆਪਣੀ ਜੀਵਨ ਸਾਥਣ ਦਾ ਮ੍ਰਿਤਕ ਸਰੀਰ ਕੋਲੰਬੋ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਨੂੰ ਸੌਂਪ ਦਿੱਤਾ ਤਾਂ ਜੋ ਮੈਡੀਕਲ ਦੀ ਪੜ੍ਹਾਈ ਦੇ ਵਿਦਿਆਰਥੀ ਉਸ ਦੀ ਚੀਰ ਫਾੜ ਤੋਂ ਫਾਇਦਾ ਉਠਾ ਸਕਣ। ਪੰਜਾਬ ਦੇ ਤਰਕਸ਼ੀਲਾਂ ਨੇ ਵੀ ਇਸ ਪਿਰਤ ਨੂੰ ਅੱਗੇ ਵਧਾਇਆ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਵਿੱਚ ਮ੍ਰਿਤਕ ਸਰੀਰਾਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਅੱਗੇ ਅੰਗਦਾਨ, ਖੂਨਦਾਨ ਅਤੇ ਅੱਖਾਂ ਦਾਨ ਦੇ ਖੇਤਰ ਵਿੱਚ ਵੀ ਤਰਕਸ਼ੀਲ ਕਿਸੇ ਤੋਂ ਪਿੱਛੇ ਨਹੀਂ ਹਨ। ਇੱਕ ਵਾਰ ਦੀ ਘਟਨਾ ਹੈ ਕਿ ਡਾਕਟਰ ਕਪੂਰ ਨਦੀ ਪਾਰ ਕਰਨ ਲਈ ਕਿਸ਼ਤੀ ਉੱਤੇ ਸਵਾਰ ਹੋ ਗਿਆ। ਉਸ ਸਮੇਂ ਇੱਕ ਹੋਰ ਸਵਾਰੀ ਕਿਸ਼ਤੀ ਵਿੱਚ ਬੈਠ ਗਈ ਜੋ ਕੇਰਲਾ ਦਾ ਨਬੂੰਦਰੀ ਬ੍ਰਾਹਮਣ ਸੀ। ਤੀਸਰੀ ਸਵਾਰੀ ਜਦੋਂ ਕਿਸ਼ਤੀ ਵਿੱਚ ਚੜ੍ਹਨ ਲੱਗੀ ਤਾਂ ਬ੍ਰਾਹਮਣ ਜੀ ਨੇ ਉਸ ਨੂੰ ਪੁੱਛਿਆ, ਕੀ ਤੂੰ ਅਛੂਤ ਹੈ? ਉਸ ਦੇ ਹਾਂ ਕਹਿਣ ਉੱਤੇ ਉਸ ਨੂੰ ਕਿਸ਼ਤੀ ਵਿੱਚ ਬੈਠਣ ਤੋਂ ਹੀ ਰੋਕ ਦਿੱਤਾ। ਡਾਕਟਰ ਕਪੂਰ ਦੇ ਕਹਿਣ ਉੱਤੇ ਉਹ ਵਿਅਕਤੀ ਜਦ ਸਵਾਰ ਹੋਣ ਲੱਗਿਆ ਤਾਂ ਨਬੂੰਦਰੀ ਬ੍ਰਾਹਮਣ ਨੇ ਕਿਸ਼ਤੀ ਵਿੱਚੋਂ ਛਾਲ ਮਾਰ ਦਿੱਤੀ ਅਤੇ ਉਹ ਨਦੀ ਵਿੱਚ ਡੁੱਬਣ ਲੱਗਾ। ਡਾਕਟਰ ਕਪੂਰ ਦੇ ਕਹਿਣ 'ਤੇ ਉਸ ਅਛੂਤ ਵਿਅਕਤੀ ਨੇ ਨਮੂੰਦਰੀ ਬ੍ਰਾਹਮਣ ਨੂੰ ਨਦੀ ਵਿੱਚੋਂ ਡੁੱਬਣ ਤੋਂ ਬਚਾ ਲਿਆ। ਉਸ ਤੋਂ ਬਾਅਦ ਡਾਕਟਰ ਕਪੂਰ ਨੇ ਬ੍ਰਾਹਮਣ ਨੂੰ ਪੁੱਛਿਆ, ਜੇ ਅਛੂਤ ਤੈਨੂੰ ਨਾ ਬਚਾਉਂਦਾ ਤਾਂ ਤੂੰ ਹੁਣ ਨੂੰ ਇਸ ਦੁਨੀਆ ਤੋਂ ਸਦਾ ਲਈ ਚਲੇ ਜਾਣਾ ਸੀ। ਬ੍ਰਾਹਮਣ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਤਰਕਸ਼ੀਲ ਇਨਸਾਨੀਅਤ ਨੂੰ ਮੂਰਤੀਆਂ, ਗ੍ਰੰਥਾਂ ਅਤੇ ਅਸਥਾਨਾਂ ਨਾਲੋਂ ਵੱਧ ਸਮਝਦੇ ਹਨ ਅਤੇ ਇਹ ਗੱਲ ਵੀ ਸਪਸ਼ਟ ਹੈ ਕਿ ਇਨਸਾਨ ਹੀ ਇਹਨਾਂ ਮੂਰਤੀਆਂ, ਗ੍ਰੰਥਾਂ ਅਤੇ ਅਸਥਾਨਾਂ ਦਾ ਸਿਰਜਣਹਾਰ ਹੈ। ਡਾਕਟਰ ਕਪੂਰ ਨੇ ਪਖੰਡੀਆਂ ਨੂੰ ਮਾਤ ਦੇਣ ਲਈ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਭਾਰਤ ਦੀਆਂ ਵੀ ਯਾਤਰਾਵਾਂ ਕੀਤੀਆਂ। ਉਹਨਾਂ ਦੁਨੀਆ ਭਰ ਦੇ ਅਖੌਤੀ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ, ਭੂਤਾਂ, ਪ੍ਰੇਤਾਂ, ਚੁੜੇਲਾਂ, ਰੂਹਾਂ, ਆਤਮਾਵਾਂ ਆਦਿ ਦੀ ਕਲਪਤ ਡਰਾਉਣ ਦੀ ਅਸਲੀਅਤ ਨੂੰ ਜੱਗ ਜ਼ਾਹਰ ਕਰ ਦਿੱਤਾ। ਉਹਨੇ ਖੋਜ ਪੜਤਾਲ ਅਤੇ ਵਿਗਿਆਨਕ ਸੋਚ ਦੇ ਪ੍ਰਸਾਰ ਲਈ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਤੀ ਅਤੇ ਇਸੇ ਕਰਕੇ ਸੰਸਾਰ ਪ੍ਰਸਿੱਧ ਚਿੰਤਕ, ਮਨੋਵਿਗਿਆਨੀ ਡਾਕਟਰ ਅਬਰਾਹਮ ਥੋਮਸ ਕਪੂਰ ਅਮਰ ਰਹੇਗਾ ਅਤੇ ਉਹਦਾ ਨਾਮ ਲੋਕਾਂ ਦੇ ਮਨਾਂ ਉੱਤੇ ਉਕਰਿਆ ਰਹੇਗਾ। ਡਾਕਟਰ ਕਪੂਰ ਦੀ ਖੋਜ ਅੰਧ ਵਿਸ਼ਵਾਸਾਂ ਦੇ ਖਾਤਮੇ ਲਈ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ। ਡਾਕਟਰ ਕਪੂਰ ਦੀਆਂ ਦੋ ਮਸ਼ਹੂਰ ਕਿਤਾਬਾਂ ਅੰਗਰੇਜ਼ੀ ਵਿੱਚ ਲਿਖੀਆਂ ਹੋਈਆਂ ਹਨ। ਪਹਿਲੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ, ਬੀ ਗੌਨ ਗੋਡਮੈਨ, ਅਤੇ ਦੂਸਰੀ ਗੋਡਸ, ਡੀਮਨ ਐਂਡ ਸਪਿਰਿਟਸ, ਜਿਹਦਾ ਪੰਜਾਬੀ ਵਿੱਚ ਟਰਾਂਸਲੇਸ਼ਨ ਦੇਵ, ਦੈਂਤ ਅਤੇ ਰੂਹਾਂ ਕੀਤਾ ਗਿਆ ਹੈ। ਇਹਨਾਂ ਦੋਵਾਂ ਕਿਤਾਬਾਂ ਦਾ ਤਰਜਮਾ ਪੰਜਾਬੀ ਵਿੱਚ ਵੀ ਮਿਲਦਾ ਹੈ ਅਤੇ ਦੇਵ ਪੁਰਸ਼ਾਰ ਗਏ ਅਤੇ ਦੇਵ, ਦੈਂਤ, ਰੂਹਾਂ, ਇਹਨਾਂ ਦੋਵਾਂ ਕਿਤਾਬਾਂ ਨੇ ਪੰਜਾਬ ਵਿੱਚ ਅਤੇ ਭਾਰਤ ਵਿੱਚ ਤਰਕਸ਼ੀਲ ਲਹਿਰ ਨੂੰ ਸ਼ੁਰੂ ਕਰਨ ਅਤੇ ਵਧਣ ਫੁੱਲਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ। ਇਹਨਾਂ ਦੋ ਕਿਤਾਬਾਂ ਤੋਂ ਬਿਨਾਂ ਡਾਕਟਰ ਕਪੂਰ ਦੇ ਕੰਮਾਂ ਬਾਰੇ ਅੰਗਰੇਜ਼ੀ, ਕਨਾਡਾ, ਤਾਮਿਲ, ਮਲਿਆਲਮ, ਹਿੰਦੀ, ਸਿੰਹਾਲਾ ਅਤੇ ਬੰਗਾਲੀ ਵਿੱਚ ਵੀ ਕਿਤਾਬਾਂ ਲਿਖੀਆਂ ਗਈਆਂ ਹਨ। ਡਾਕਟਰ ਕਪੂਰ ਅਤੇ ਉਸ ਦੇ ਕੰਮਾਂ ਬਾਰੇ ਕਈ ਫਿਲਮਾਂ ਵੀ ਬਣੀਆਂ ਹਨ, ਜਿਵੇਂ 1972 ਵਿੱਚ ਮਲਿਆਲਮ ਫਿਲਮ ਪੁਨਰ ਜਨਮ, 1973 ਵਿੱਚ ਤਾਮਿਲ ਫਿਲਮ ਮਾਰੂ ਪਰਾਵੀ ਅਤੇ ਤੇਲਗੂ ਫਿਲਮ ਨਿੰਥ ਕਥਾ ਡਾਕਟਰ ਕਪੂਰ ਦੀ ਕੇਸ ਡਾਇਰੀ ਉੱਪਰ ਆਧਾਰਿਤ ਹੈ। PK ਫਿਲਮ 214 ਵਿੱਚ ਅਮੀਰ ਖਾਨ ਦਾ ਕਿਰਦਾਰ ਡਾਕਟਰ ਕਪੂਰ ਤੋਂ ਪ੍ਰਭਾਵਿਤ ਹੈ। ਇਨਸਾਨੀਅਤ ਨੂੰ ਸਮਰਪਿਤ ਭਾਰਤੀਆ ਯੁਕਤੀਵਾਦੀ ਸੰਗਮ ਨੇ A.T. ਕਪੂਰ ਦੇ ਨਾਮ ਉੱਤੇ ਇੱਕ ਕੌਮੀ ਇਨਾਮ ਨੈਸ਼ਨਲ ਅਵਾਰਡ ਸ਼ੁਰੂ ਕੀਤਾ ਹੈ। ਇਸ ਸੰਸਥਾ ਨੇ ਸਭ ਤੋਂ ਪਹਿਲਾ ਨਾਮ ਮਾਨਵਵਾਦੀ ਆਰਟਿਸਟ ਫਿਲਮ ਸਟਾਰ ਕਮਲ ਹਸਨ ਨੂੰ ਉਹਦੀਆਂ ਮਾਨਵਵਾਦੀ ਗਤੀਵਿਧੀਆਂ ਅਤੇ ਇਨਸਾਨੀਅਤ ਨੂੰ ਆਪਣੀ ਜ਼ਿੰਦਗੀ ਸਮਰਪਿਤ ਬਦਲੇ ਦਿੱਤਾ। ਡਾਕਟਰ ਕਪੂਰ ਵਰਗੇ ਧਰੂ ਤਾਰੇ ਇਨਸਾਨੀਅਤ ਲਈ ਸਦਾ ਚਮਕਦੇ ਰਹਿਣਗੇ ਅਤੇ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਇਸ ਕੰਮ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਲੋਕਾਂ ਦੀ ਲੁੱਟ ਖਸੁੱਟ ਰੁਕ ਸਕੇ ਅਤੇ ਸਾਰੇ ਲੋਕ ਵਿਗਿਆਨਕ ਲੀਹਾਂ ਉੱਤੇ ਚੱਲ ਕੇ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਤੋਂ ਮੁਕਤ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕਣ। ਡਾਕਟਰ ਕਪੂਰ ਦੇ ਅਨਮੋਲ ਬਚਨ ਹਨ, ਉਹ ਇਨਸਾਨ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਉਹ ਧੋਖੇਬਾਜ਼ ਹੁੰਦਾ ਹੈ। ਨੰਬਰ 2, ਜਿਸ ਇਨਸਾਨ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਨੰਬਰ 3, ਜਿਹੜਾ ਇਨਸਾਨ ਬਗੈਰ ਪੜਤਾਲ ਕੀਤੇ ਤੋਂ ਬਿਨਾਂ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ। ਡਾਕਟਰ ਕਪੂਰ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਜਦੋਜਹਿਦ ਕੀਤੀ।
उसनूं विग्यान ते विग्यानक ढंगां विच अटुੱਟ विश्वास सी। उन्हें हर घटना पिछे काम करदे विग्यानक कारणां नूं ਲੱਭਣ ਦੀ कोशिश की। भावें डॉक्टर कपूर अज साडे विच नहीं हैं, फिर भी उन्हां दा आदर्श कि धरती उत्तों भरमां अते वहमां नूं सदा लई खत्म किया जाए कायम है। ये भी याद रखने वाली गल है कि डॉक्टर कपूर की पहली पुस्तक बी गॉन गॉडमैन ते देवपुर शार्ग है उन्हां दे जींदियां जी ही प्रकाशित की गई सी अते वो किताब इन्नी ज़्यादा हरमन प्यारी हुई कि 2 सालों में उसनूं कई बार छापिया गया। डॉक्टर कपूर अनुसार दुनिया दीआं कुल लड़ाइयां दा 2/3 भाग धर्मां दे नाम उत्ते ही होया सी। अमरीका विच काले अफ्रीकन लोग अते गोरे अंग्रेज, यूरोप विच रोमन अते कैथोलिक, मध्य एशिया विच यहूदी अते इस्लामी, भारत विच हिंदू मुस्लिम अते सिख अते लंका विच तामिल अते संथाली ਵੱਖ-ਵੱਖ धर्मां दे झंडे हेठ लोकां दा कतलेआम कर रहे हैं। ये भरामार लड़ाइयां लोगों की सोच नूं विग्यानक बना के ही खत्म कीतियां जा सकदियां हैं। डॉक्टर कपूर एशिया का इक्को एक अजिहा विग्यानी सी जिस नूं अमरीका के जानवरों के पौद्यां संबंधी खोज वाले महकमे ने भारतीय समुद्र के खाड़ी के होर देशों के समुद्रों विचों अजिहियां वस्तुआं इकट्ठियां करने लई सद्दिया सी जिहड़ियां जीव विकास की खोज विच रह रहे खप्पे नूं पूरा कर सकन, परंतु उसकी पत्नी की लंबी बीमारी अते मौत करके उसनूं यह सद्दा पत्र नामंजूर करना पिया सी। डॉक्टर कपूर ने लिखिया, सारे बच्चों की तरह मैनू भी बचपन में अपने मापिਆਂ ਵੱਲੋਂ धर्म के झूठे विश्वासों की सिक्ख्या दी गई सी। जवानी में मेरे लिए इन्हां झूठे विश्वासों तो बचना पहाड़ जिहड़ा काम सी। उसे गलती नूं दोहराउण तो बचण लई डॉक्टर कपूर ने अपने इकलौते पुत्र नूं धर्म के नाम उत्ते अजिहे गलत विचारों की सिक्ख्या ना देने का फैसला किया। अपने पिता के पद चिन्हां उत्ते चलते हुए प्रोफैसर एरीज कपूर ने अपने 3 पुत्रों नूं धर्म के भोरा निशान तो बगैर पालन का फैसला किया। इस काम में उसकी बुद्धिमान पत्नी जैकलीन कपूर ने पूरा साथ दिता। 1976 में डॉक्टर कपूर की पत्नी की मौत की खबर ने श्रीलंका में सनसनी फैला दी सी। उत्थों की पार्लीमेंट में उसकी मौत उत्ते हेठ लिखिया संदेश पढ़िया गया, श्रीमती कुंजामा कपूर अपनी आत्मा या रूह नूं छड्डे बगैर चल बसी तां जो उत्थों के लाई लग लोग फिक्रां विच ना पैण। भावें इस मौत की खबर श्रीलंका के सारे अखबारों में छपी, परंतु उत्थों के रेडियो तो यह खबर नशर नहीं की गई। जदों ये सवाल पार्लीमेंट में उत्थों के प्रसारण मंत्री नूं पुछया गया तो उसने दस्सिया कि यह खबर एक बुद्ध भिक्षु अते ईसाई पादरी की सलाह लैण तो बाद नशर नहीं की गई सी। ये अजीब सी कि बुद्ध भिक्षु अते ईसाई पादरी इस विश्वास में हिस्सेदार सन कि इंसान की आत्मा उसके पवित्र दिल में हुंदी है। डॉक्टर कपूर ने अपनी जिंदगी के सब तो महत्वपूर्ण कामां नूं बदशगनी के मौकों उत्ते शुरू किया। ये सारा कुछ उसने लोगों को यह विश्वास दिलाउण लई कीता कि चमत्कारी शक्तियां का दावा सिर्फ फरेबी अते मानसिक तौर पर बीमार लोग ही करते हैं। ये तो सी जी मेरा यह लेख जिहड़ा मैं डॉक्टर कपूर बारे तुहाडे नाल साझा किया। हैलो जी, कौन थे जी, कित्थों बोल रहे हैं जी? हेलो डॉक्टर साहब। हाँ जी, सुमन साहब की कहना चाहोगे? डॉक्टर साहब, हाँ जी, इतने बड़े महान इंसान वास्ते सब तो पहले तो उन्होंने बहुत बड़ी श्रद्धांजलि प्रणाम। थैंक यू जी। परमात्मा जितने भी है वो ठीक है। हाँ जी। डॉक्टर साहब, ही वाज अ ग्रेट मैन। हाँ जी, ही वाज अ ग्रेट मैन। जिस डायरेक्शन च उन्हें अपनी लाइफ में ढालिया, हाँ वो साडे मुल्क दे विच कर्स आ। बिल्कुल बिल्कुल। सदियां तो कोई भी कम्युनिटी क्या ना हो, चाहे हिंदू हो, चाहे सिख हो, या कुछ भी हो। हाँ जी, हाँ जी। We are plagued with this rituals। बिल्कुल बिल्कुल। जिस पासे नूं जाओ यही गल्लां हो रही, अंध विश्वास जो भी तुसी ना अपना कहंदे इस अनबिलीवेबल डॉक्टर साहब। हाँ जी, बिल्कुल। खासकर जब तुसी ना मुल्कां विच ओपन अखां नाल तुसी रह रहे हैं, जिस तरह तुसी बहुत दूर ते तुसी अज दे जिहड़े इंसान नूं तुसी टच कीता डॉक्टर साहब। हाँ हाँ। मैं दसा 90% लोगों को इस आदमी के नाम का नहीं पता। इदां ही इदां है। यू राइट, यू राइट, एब्सोल्युटली राइट। तुसी मैनूं कहा ना सवेरे तो वो सरप्राइज के डॉक्टर साहब तो बहुत एडवांस से आदमी आ। नो वंडर के हमेशा ही जो साडे विच करतूतां हो रही, जो असीं पूजा पाठ हो रहे हैं, ये डॉक्टर साहब क्यों इन्ना डिफाइंटली बोलते हैं, उन्होंने असर है थोड़े ते इस चीज़। बिल्कुल बिल्कुल। ये थोड़े ते असर है इस इंसान का। और देखो मोस्टली लाइफ जी उन्हें श्रीलंका च कट्टी हैगी आ। हाँ हाँ। उत्थे प्रोफैसर रहा हैगा। बिल्कुल। ते
मतलब 80 ਸਾਲ ਦੀ ਉਮਰ ਵਿੱਚ ਉਹ ਪੂਰਾ ਹੋਇਆ ਸੀ। ਉਹਦੀ ਵਾਈਫ ਵੀ ਮਤਲਬ ਉਹਦੀ ਜਿਹੜੀ ਵਾਈਫ ਸੀਗੀ ਉਹਦਾ ਬਾਪ ਜਿਹੜਾ ਸੀ ਇੱਕ ਜੱਜ ਸੀਗਾ। ਬਿਲਕੁਲ ਬਿਲਕੁਲ। ਇਹਦਾ ਜਿਹੜਾ ਬਾਪ ਸੀ ਉਹ ਪ੍ਰੀਸਟ ਸੀਗਾ। ਹਾਂ ਬਿਲਕੁਲ। ਕ੍ਰਿਸਚੀਅਨ ਫੈਮਿਲੀ ਸੀਗੀ। ਹਾਂਜੀ 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 ਹਾਂਜੀ। ਤੇ ਮਤਲਬ ਕੋਈ ਐਸੀ ਮਤਲਬ ਨੇ ਦੇਖਿਆ ਕਿ ਇਹ ਸਾਡੇ ਮੁਲਕ ਦੇ ਵਿੱਚ ਇਹ ਜਿਹੜੀ ਪਲੇਗ ਆ ਪਈ ਹੋਈ ਇਹਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ। ਇਹ ਸਮਾਜ ਨੂੰ ਬਹੁਤ ਪਿੱਛੇ ਕੱਢ ਰਹੀ ਆ। ਇਦਾਂ ਹੀ ਡਾਕਟਰ ਸਾਹਿਬ ਕੋਲ ਇੱਕ ਸਾਈਂ ਬਾਬਾ ਸੀਗਾ, ਉਹਦੇ ਕਾਫੀ ਇਹਨੇ ਛਿੱਤਰ ਫੇਰਿਆ। ਉਹਦਾ ਵੀ ਇਹਨੇ ਕਾਫੀ ਜਲੂਸ ਕੱਢਿਆ ਸੀ। ਉਹਦੇ ਤੇ ਵੀ ਕਿਸੇ ਦਿਨ ਲੇਖ ਪੜਾਂਗੇ, ਮੈਂ ਲਿਖਿਆ ਆ ਉੱਤੇ ਵੀ। ਹਾਂਜੀ ਉਹਦਾ ਜਿਹਨਾਂ ਮੈਂ ਮਤਲਬ ਡਾਕਟਰ ਸਾਹਿਬ ਮੇਰੇ ਪਾਸ ਨਾ ਤੁਹਾਡੇ ਵਰਗੀ ਨੌਲੇਜ ਤਾਂ ਨਹੀਂ ਹੈਗੀ, ਥੋੜੀ ਜਿਹੀ ਚਲਮੀ ਦੀ ਨੌਲੇਜ ਹੈਗੀ ਆ, ਕਿਉਂਕਿ ਮੈਂ ਇਹਨਾਂ ਦੀ ਕਿਤਾਬ ਮੇਰੇ ਕੋਲ ਇੱਕ ਹੈਗੀ ਆ। ਹਾਂਜੀ ਮੇਰੇ ਪਾਸ ਇੱਕ ਕਿਤਾਬ ਹੈਗੀ ਆ, ਉੱਥੋਂ ਮੈਂ ਦੱਸ ਰਿਹਾ, ਕਿਉਂਕਿ ਬਾਹਰਲੇ ਮੌਕੇ ਰਹਿਣ ਕਰਕੇ ਡਾਕਟਰ ਸਾਹਿਬ ਇੰਨਾ ਨਹੀਂ ਗਿਆਨ ਹੈਗਾ। ਪਰ ਫਿਰ ਵੀ ਮਤਲਬ ਇਹ ਤਾਂ ਇਨਸਾਨ ਨੂੰ ਤੁਸੀਂ ਮੈਂ ਤਾਂ ਕਹਿੰਦਾ ਜਿਹੜਾ ਪੜ੍ਹਿਆ ਲਿਖਿਆ ਆਦਮੀ ਆ ਉਹ ਕਿੱਦਾਂ ਹੋ ਸਕਦਾ ਕਿ ਇਸ ਇਨਸਾਨ ਦਾ ਉਹਨੂੰ ਨਾ ਪਤਾ ਹੋਵੇ। ਬਿਲਕੁਲ ਬਿਲਕੁਲ। ਤਾਂ ਮਤਲਬ ਬਹੁਤ ਉਹਦੀ ਵੱਡੀ ਦੇਣ ਆ। ਉਹਨੇ ਜਿਹੜੀ ਸੰਸਥਾ ਵੀ ਹਾਲੇ ਚੱਲ ਰਹੀ ਹੈਗੀ ਆ, ਇੱਕ ਮੈਗਜ਼ੀਨ ਸੀਗਾ ਜਿਹੜਾ ਉਹ ਮਤਲਬ ਇਸ ਵਿਸ਼ੇ ਤੇ ਉਹਨੇ ਕੱਢਿਆ ਸੀਗਾ, ਉਹਨੇ ਐਡਿਟ ਵੀ ਉਹਨੂੰ ਕੀਤਾ ਹੈਗਾ। ਬਿਲਕੁਲ। ਅੱਗੇ ਵੀ ਉਹ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਜਿਹੜਾ ਮਿਸਟਰ ਪ੍ਰੇਮਾਨੰਦ ਸੀਗਾ, ਜਿਹੜਾ ਉਹਨੂੰ ਫੋਲੋ ਕੀਤਾ ਬਹੁਤ ਪੈਸ਼ਨੇਟਲੀ। ਪ੍ਰੇਮਾਨੰਦ ਵੀ ਥੋੜੇ ਸਾਲ ਹੋਏ ਮਰ ਗਿਆ ਹੈ ਵਿਚਾਰੇ। ਉਹ ਮਰ ਗਿਆ ਸੀਗਾ। ਇਹ ਵੀ ਜਿਸ ਵੇਲੇ ਡਾਕਟਰ ਸਾਹਿਬ ਜਿਸ ਵੇਲੇ ਇਹ ਵੈਸੇ ਜਦ ਮਰੇ ਵੀ ਹੈ ਨਾ, ਇਹਨੇ ਪਹਿਲਾਂ ਹੀ ਆਪਣੀ ਵਸੀਅਤ ਕਰਾਤੀ ਸੀ ਮੀਆਂ ਬੀਵੀ ਦੋਨਾਂ ਨੇ। ਬਿਲਕੁਲ। ਵੀ ਜਿਹੜੀ ਸਾਡੀ ਮਤਲਬ ਬਾਡੀ ਆ ਉਹਨਾਂ ਜ਼ਮਾਨੇ ਦੇ ਵਿੱਚ ਇੱਕ ਟੈਬੂ ਸੀ ਡਾਕਟਰ ਸਾਹਿਬ ਆਪਣੀ ਇਹ ਗੱਲ। ਐਬਸੋਲੂਟਲੀ। ਪੰਜਾਬ ਵਿੱਚ ਤਾਂ ਕੋਈ ਮੇਰੀ ਜਿਹਨੂੰ ਉਸ ਵੇਲੇ ਤੇ ਹਿੰਦੂ ਰਿਚੁਅਲ ਦੇ ਮੁਤਾਬਕ ਉਹ ਜੇ ਮੇਰੀ ਬਾਡੀ ਬਰੀ ਨਾ ਕੀਤੀ ਤਾਂ ਮੇਰੀ ਸ਼ਾਂਤੀ ਨਹੀਂ ਆਉਣੀ ਹੈ। ਨਹੀਂ, ਮੇਰੀ ਗਤੀ ਨਹੀਂ ਹੋਣੀ, ਮੇਰੀ ਸ਼ਾਂਤੀ ਨਹੀਂ ਮਿਲਣੀ। ਇਹ ਮੇਰੀ ਰੂਹ ਜਿਹੜੀ ਆ ਨਾ ਕਿਤੇ ਬਾਹਰ ਹੀ ਤੁਰੀ ਫਿਰਨੀ ਆ, ਭਟਕਦੀ ਫਿਰਦੀ ਹੈ। ਉਸ ਟੈਬੂ ਨੂੰ ਤੋੜ ਕੇ ਇਹਨੇ ਮਤਲਬ ਕਿਹਾ ਸੀ ਕਿ ਮੇਰੀ ਜਿਹੜੀ ਬਾਡੀ ਆ ਦੋਹਾਂ ਦੀ ਇਹ ਮਤਲਬ ਹਸਪੀਟਲ ਨੂੰ ਦਿੱਤੀ ਜਾਵੇ ਰਿਸਰਚ ਵਾਸਤੇ। ਬਿਲਕੁਲ। ਪਰ ਅੱਖਾਂ ਉਹਨੇ ਕਿਹਾ ਸੀ ਉਸੇ ਵੇਲੇ ਕੱਢ ਲਈ ਜਾਣ, ਦੂਸਰੇ ਕਿਸੇ ਨੂੰ ਦਾਨ ਦਿੱਤੀਆਂ ਜਾਣ। ਅੱਖਾਂ ਦੋ ਬੰਦਿਆਂ ਨੂੰ ਦਿੱਤੀਆਂ ਫਿਰ ਉਹ। ਹਾਂਜੀ ਹਾਂ। ਤੋ ਮੇਰੇ ਖਿਆਲ ਨਾਲ ਡਾਕਟਰ ਸਾਹਿਬ ਬਹੁਤ ਵੱਡੀ ਕੁਰਬਾਨੀ ਹੈ ਇਸ ਇਨਸਾਨ ਦੀ, ਔਰ ਸਾਡੇ ਸਮਾਜ ਦੇ ਵਿੱਚੋਂ ਇਹ ਜਿਹੜਾ ਕੋੜ ਆ ਕਿਸੇ ਤਰੀਕੇ ਨਾਲ ਨਿਕਲੇ। ਇਹ ਅਗਿਆਨਤਾ ਦਾ ਕੋੜ ਇੰਨਾ ਡਾਕਟਰ ਸਾਹਿਬ ਮੈਂ ਜੇ ਮੈਂ ਕਹਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਬਈ ਇਹ ਹਿੰਦੂਆਂ ਦੀ ਬਾਈ ਹਿੰਦੂ ਸਾਡਾ ਕਲਚਰ ਹੈ, ਚਾਹੇ ਕਿਹਨੂੰ ਪਸੰਦ ਹੋਵੇ ਜਾਂ ਨਾ ਪਸੰਦ ਹੋਵੇ, ਅਸੀਂ ਸਾਰੇ ਹਿੰਦੂ ਆ। ਹਿੰਦੂ ਸਾਡਾ ਕਲਚਰ ਆ। ਜਿਹੜਾ ਹਿੰਦੂਤਾ ਹੈ ਉਹ ਡਿਫਰੈਂਟ ਚੀਜ਼ ਹੈਗੀ ਆ। ਇਹਨਾਂ ਜਿਹੜਾ ਬ੍ਰਾਹਮਣਵਾਦ ਹੈ ਡਾਕਟਰ ਸਾਹਿਬ, ਇਹਨੇ ਸਾਡੇ ਸਮਾਜ ਨੂੰ ਇੰਨਾ ਅਨਪੜ੍ਹ ਰੱਖਿਆ ਔਰ ਹਾਲੇ ਤੱਕ ਵੀ ਰੱਖਿਆ। ਤੁਹਾਡੇ ਸਾਹਮਣੇ ਤੁਸੀਂ ਦੇਖੋ ਡਾਕਟਰ ਸਾਹਿਬ, ਉਹ ਜਿਹੜੇ ਨੰਗੇ ਸਾਹ ਤੁਰੇ ਫਿਰਦੇ ਆ, ਉਹ ਕਿਸ ਕੰਮ ਲਈ ਕਾਹਦੇ ਵਾਸਤੇ ਰੱਖੇ ਹੋਏ ਆ? ਉਹ ਲੱਖਾਂ ਦੀ ਗਿਣਤੀ ਵਿੱਚ ਉਹਦੇ ਸਵਾਹ ਮਲ ਕੇ ਡਾਕਟਰ ਸਾਹਿਬ ਉਹ ਤੁਰੇ ਫਿਰਦੇ ਆ। ਉਹ ਮੱਥੇ ਤੇ ਚੂਨਾ ਲਾਇਆ, ਉਹ ਕਿਹੜੇ ਕੰਮ ਵਾਸਤੇ ਦੱਸੋ ਤਾਂ? ਬਿਲਕੁਲ। ਉਹਨਾਂ ਨੂੰ ਕਿਉਂ ਨਹੀਂ ਮਤਲਬ ਲੌਕਅਪ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਰਾਤ ਲਾਇਆ ਜਾਵੇ, ਉਹਨਾਂ ਨੂੰ ਇਨਸਾਨ ਬਣਾਇਆ ਜਾਵੇ। ਇਹ ਆਪਣੇ ਡਾਕਟਰ ਰਿਚੁਅਲਸ ਪੈਦਾ ਹੁੰਦੀਆਂ, ਤੁਸੀਂ ਸੁਣ ਸਕਦੇ ਹੋ ਕਿ ਦੇਖ ਸਕਦੇ ਹੋ। ਆਪਾਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਇਹਨਾਂ ਮੁਲਕਾਂ 'ਚ ਇਹ ਚੀਜ਼ਾਂ ਕਿਉਂ ਨਹੀਂ ਹੈਗੀਆਂ? ਇਹਨਾਂ ਮੁਲਕ 'ਚ ਕਿਉਂ ਨਹੀਂ ਮਤਲਬ ਅਰਦਾਸ ਕਰਾ ਕੇ ਮਤਲਬ ਕੰਮ ਸ਼ੁਰੂ ਕੀਤੇ ਜਾਂਦੇ? ਔਰ ਮੈਂ ਤੁਹਾਨੂੰ ਡਾਕਟਰ ਸਾਹਿਬ ਇੱਥੇ ਇੱਕ ਇਹ ਵੀ ਦੱਸਦਾ ਕਿ ਇਹਦੀ ਇੱਕ ਕਿਤਾਬ ਪੰਜਾਬੀ ਵਿੱਚ ਜਿਹੜੇ ਟ੍ਰਾਂਸਲੇਸ਼ਨ ਹੋਇਆ ਨਾ, ਤਾਂ 2008 ਦੇ ਵਿੱਚ ਉਹ ਕਿਤਾਬ ਪੰਜਾਬ ਵਿੱਚ ਰਿਲੀਜ਼ ਹੋਈ। ਤੇ ਬਾਦਲ ਨੇ ਉਸ ਨੂੰ ਬੈਨ ਕਰਤਾ ਸੀਗਾ। ਬਿਲਕੁਲ 2008 ਵਿੱਚ ਬੈਨ ਕੀਤਾ ਉਹਨੂੰ। ਯੈਸ। ਉਹਨੇ ਦੇਖੋ ਕਿੱਡੀ ਇੱਕ ਪਾਸੇ ਉਸ ਧਰਮ ਦਾ ਉਹ ਮਤਲਬ ਠੇਕੇਦਾਰ ਆ। ਜਿਹੜਾ ਧਰਮ ਕਹਿੰਦਾ ਵੀ ਤੁਸੀਂ ਕਿਸੇ ਵੀ ਇਹੋ ਜਿਹੇ ਕਿਰਿਆ ਕਾਮ ਦੇ ਵਿੱਚ ਨਹੀਂ ਜਾਣਾ, ਤੁਸੀਂ ਬੁੱਤਾਂ ਦੀ ਪੂਜਾ ਨਹੀਂ ਕਰਨੀ, ਤੁਸੀਂ ਸੱਪਾਂ ਨੂੰ ਪਾਣੀ ਨਹੀਂ ਪਾਉਣਾ, ਤੁਸੀਂ ਆਹ ਕੁਛ ਨਹੀਂ ਕਰਨਾ। ਔਰ ਉਹਦਾ ਜਿਹੜਾ ਹੈਡ ਆ ਉਹ ਕਹਿੰਦਾ ਕਿ ਇਹ ਕਿਤਾਬ ਉਹ ਜਿਹੜੀ ਕਿਤਾਬ ਇਹਨਾਂ ਚੀਜ਼ਾਂ ਨੂੰ ਉਹੋ ਹੀ ਕੁਛ ਕਹਿ ਰਹੀ ਆ ਜੋ ਸਾਡੀ ਬਾਣੀ ਕਹਿ ਰਹੀ ਆ, ਤਾਂ ਉਹਨੇ ਬਿਆਨ ਕਰਤਾ। ਬਿਲਕੁਲ। ਕੈਨ ਯੂ ਹੈਵ the hypocrisy that type of hypocrisy anywhere? ਸੁਮਨ ਸਾਹਿਬ, ਯਾਨੀ ਕਿ ਇੱਥੇ ਵੀ ਅਸੀਂ ਜਿਹੜਾ ਹੈਗਾ 2-3 ਬਾਬੇ ਯਾਨੀ ਕਿ ਮੇਰੇ ਖਿਆਲ 3 ਬਾਬੇ ਯਾਨੀ ਕਿ ਅਸੀਂ ਇੱਥੇ ਵੀ ਅੰਦਰ ਕਰਾ ਚੁੱਕੇ ਹਾਂ, ਤੇ 4 ਯਾਨੀ ਕਿ ਜੋਤਸ਼ੀ ਅਸੀਂ ਇੱਥੋਂ ਰਿਪੋਰਟ ਵੀ ਕਰਾ ਚੁੱਕੇ ਹਾਂ। 1997 ਦੇ ਵਿੱਚ ਅਸੀਂ ਇੱਥੇ ਤਾਰਖੀ ਸੋਸਾਇਟੀ ਬਣਾਈ ਸੀਗੀ, ਤੇ ਯਾਨੀ ਕਿ ਉਹਦੇ ਲਈ ਅਸੀਂ ਅਜੇ ਵੀ ਕੰਮ ਕਰ ਰਹੇ ਹਾਂ। ਤੇ ਅਜੇ ਵੀ 1-2 ਕੇਸ ਜਿਹੜੇ ਸਾਡੇ ਪਾਈਪਲਾਈਨ ਵਿੱਚ ਹੈ, ਜਿਹੜੇ ਅਸੀਂ ਬਾਬਿਆਂ ਦੇ ਖਿਲਾਫ ਮੁਹਿੰਮ ਇੱਥੇ ਚਲਾਈ ਹੈਗੀ ਆ। ਜਿੰਨੀ ਵਾਰੀ ਮੈਂ ਨੋਟ ਕੀਤਾ
ਤੁਸੀਂ ਬਹੁਤ ਮਤਲਬ ਇਹ ਜਿਹੜੀ ਜਹਾਲਤ ਹੈ ਇਹਨੂੰ ਕੱਢਣ ਵਾਸਤੇ ਤੁਹਾਡੇ ਵਿੱਚ ਬਹੁਤ ਮਤਲਬ ਜੋਸ਼ ਹੈ। ਬਿਲਕੁਲ। ਔਰ ਜਦ ਤੁਸੀਂ ਧਰਮ ਦੇ ਖਿਲਾਫ ਨਹੀਂ ਬੋਲਦੇ ਨਾ ਸਾਨੂੰ ਧਰਮ ਦਾ ਕੋਈ ਮਤਲਬ ਨਹੀਂ ਹੈ। ਰਿਚੁਅਲ ਸਾਡੇ ਗਲ 'ਚ ਪਾਏ ਹੋਏ ਨਾ ਸਾਡੀ ਗੁਲਾਮੀ ਇਹਨਾਂ ਚੀਜ਼ਾਂ ਦੀ ਸਾਡੇ ਗਲ 'ਚ ਪਈ ਆ, ਤੁਸੀਂ ਉਹਦੇ ਖਿਲਾਫ ਬੋਲਦੇ। ਬਿਲਕੁਲ ਧਰਮ ਕੋਈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹੈਗਾ। ਧਰਮ ਦੇ ਵਿੱਚ ਬਹੁਤ ਅੱਛੀਆਂ ਗੱਲਾਂ ਹੈਗੀਆਂ। ਆ ਜਿਹੜੇ ਪਖੰਡੀ ਲੋਕਾਂ ਨੇ ਸਾਨੂੰ ਗੁੰਮਰਾਹ ਕਰਨ ਵਾਸਤੇ, ਸਾਨੂੰ ਲੁੱਟਣ ਵਾਸਤੇ, ਸਾਨੂੰ ਖਾਣ ਵਾਸਤੇ ਆ ਸਾਡੇ ਸਿਰ ਤੇ ਹੋਰ ਮਤਲਬ ਕੋ ਪਾਇਆ, ਇਹ ਸਾਨੂੰ ਬਰਬਾਦ ਕਰ ਰਿਹਾ। ਤੁਸੀਂ ਹੈਰਾਨ ਹੋਵੋਗੇ ਕਰਦੇ ਇੰਨਾ ਰਿਹਾ ਕਿ ਤੁਸੀਂ ਇਹਨਾਂ ਇਹੋ ਜਿਹਾ ਸੰਧੀ ਅੱਜ ਤਾਂਤਰਿਕਾਂ ਤੇ ਕਈ ਤਾਂਤਰਿਕਾਂ ਨੇ ਤਾਂ ਡਾਕਟਰ ਸਾਹਿਬ ਫੈਮਲੀਆਂ ਬਰਬਾਦ ਕਰਤੀਆਂ। ਇਹਨਾਂ ਨੇ ਸੁਮਨ ਸਾਹਿਬ ਇੱਥੇ ਇਸ ਮੁਲਕ ਵਿੱਚ ਮੈਂ ਆਪਣੇ ਇੰਗਲੈਂਡ ਦੀ ਬ੍ਰਿਟਨ ਦੀ ਗੱਲ ਕਰ ਰਿਹਾ। ਸਾਡੇ ਮੈਨੂੰ ਜਾਣ ਦਾ ਪਛਾਣ ਦਾ ਇੱਕ ਪਰਿਵਾਰ ਆ, ਕਾਫੀ ਵੱਡਾ ਸੀਗਾ, ਉਹ ਭਰਾ ਕਾਫੀ ਆ। ਉਹ ਇੱਕ ਨੂੰ ਨਾ ਮਤਲਬ ਇੱਕ ਨੂੰ ਥੋੜੀ ਮਤਲਬ ਜਿਹਨੂੰ ਪ੍ਰੋਬਲਮ ਹੋ ਗਈ ਕਿ ਹੁਣ ਸਾਡੇ ਨਾ ਉਹ ਜਿਹੜੀ ਆਪਣੇ ਆਪ ਆਵਾਜ਼ ਆਉਣ ਲੱਗ ਪੈਂਦੀ ਹੈ, ਉਹ ਥੋੜੀ ਆਪਣੇ ਦਿਮਾਗ ਦਾ ਬੈਲੈਂਸ ਖੋ ਗਿਆ ਹੈ। ਉਹਨੇ ਪਾਠ ਕਰਾਇਆ, ਉਹ ਉੱਥੇ ਵੀ ਤਾਂ ਹੋ ਗਿਆ। ਉਹਨੇ ਇੱਕ ਆਪਣੇ ਪਰਿਵਾਰ ਤੇ ਇਲਜ਼ਾਮ ਦਿੱਤਾ ਵੀ ਇਹ ਨੇ ਇੰਡੀਆ ਤੋਂ ਲਿਆ ਕੇ ਇਹਨੂੰ ਤਵੀਤ ਖਿਲਾਤਾ। ਇਦਾਂ ਹੀ ਆ ਡਾਕਟਰ ਸਾਹਿਬ, ਯਕੀਨ ਕਰੋ ਇਸ ਵੇਲੇ ਉਹ ਅਮੀਰ ਵੀ ਤੇਰਾ ਨਾ ਬਾਹਰਲੇ ਕੰਮ ਚੱਲਦੇ ਆ, ਬਹੁਤ ਪੈਸਾ ਕਮਾਇਆ, ਪਰ ਉਹ ਜਿਹੜੀ ਉਹ ਮੈਂਟੈਲਿਟੀ ਆ ਉਹ ਹੱਲੇ ਨਹੀਂ ਗਈ। ਉਹ ਹੀ ਰਿਚੁਅਲ ਚੱਲਦੇ ਜਿਹੜੇ ਪਹਿਲਾਂ ਸੀਗੇ। ਇੱਥੇ ਕੁਝ ਨਹੀਂ ਬਦਲਿਆ। ਇੱਥੇ ਬਹੁਤ ਚੱਲਦੇ ਹੈ। ਡਾਕਟਰ ਪੈਸੇ ਨੇ ਕੁਝ ਨਹੀਂ ਬਦਲਿਆ ਲੋਕਾਂ ਨੂੰ। ਬਿਲਕੁਲ ਬਿਲਕੁਲ। ਇੱਥੇ ਐਜੂਕੇਸ਼ਨ ਹੈ, ਤਾਲੀਮ ਹੈ ਡਾਕਟਰ ਸਾਹਿਬ, ਜਿਹੜੀ ਤੁਹਾਨੂੰ ਚੇਂਜ ਕਰਦੀ ਆ। ਬਿਲਕੁਲ 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 ਠੀਕ ਹੈ। ਮੈਂ ਬਾਹਰ ਦੂਰ ਨਹੀਂ ਜਾਂਦਾ ਕਿਉਂਕਿ ਮੈਂ ਇੰਨਾ ਬੜਾ ਕਹਿ ਨਹੀਂ ਸਕਦਾ ਹੈਗਾ, ਕਿਉਂਕਿ ਕਾਫੀ ਸੀਰੀਅਸ ਸਬਜੈਕਟ ਆ। ਥੈਂਕ ਯੂ। ਔਰ ਬੜੇ ਸੀਰੀਅਸ ਆਦਮੀ ਤੇ ਆਪਾਂ ਗੱਲ ਕਰ ਰਹੇ ਹੈਗੇ ਆ। ਬਹੁਤ ਥੋੜਾ ਜਿਹਾ ਜ਼ਰੂਰ ਜਾਣਦਾ ਹੈਗਾ। ਡਾਕਟਰ BBC ਤੇ ਡਾਕੂਮੈਂਟਰੀ ਵੀ ਇਹਦੀ ਬਣੀ ਸੀਗੀ। ਬਿਲਕੁਲ ਬਿਲਕੁਲ ਬਿਲਕੁਲ। ਡਾਕੂਮੈਂਟਰੀ ਬਣੀ ਸੀ, ਹੁਣ ਮੈਨੂੰ ਯਾਦ ਨਹੀਂ ਹੈ ਕਿ ਚੇਤਾ ਤਾਂ ਹੈਗਾ ਮੈਨੂੰ, ਪਰ ਮੈਂ ਕਹਿੰਦਾ ਵੀ ਜਿਹਨਾਂ ਲੋਕਾਂ ਨੇ ਨਹੀਂ ਸੁਣਿਆ ਉਹਨਾਂ ਲੋਕਾਂ ਨੂੰ ਇਹਦੇ ਬਾਰੇ ਨਾ ਪੜ੍ਹਨਾ ਚਾਹੀਦਾ ਹੈਗਾ। ਬਹੁਤ ਗ੍ਰੇਟ ਇਨਸਾਨ ਸੀ ਇਹ, ਔਰ ਹੱਲੇ ਵੀ ਇਹਦਾ ਸੰਸਥਾ ਚੱਲ ਰਹੀ ਹੈਗੀ ਆ। ਬੜੇ ਮਤਲਬ ਜੋਸ਼ ਨਾਲ ਚੱਲ ਰਹੀ ਹੈਗੀ ਆ। ਇਸ ਵੇਲੇ ਇਹਨੂੰ ਜਿਹੜਾ ਚਲਾਉਣ ਵਾਲਾ ਆਦਮੀ ਹੈ ਨਾ, ਉਹਦਾ ਨਰਿੰਦਰ ਨਈਅਰ ਹੈ ਉਸ ਆਦਮੀ ਦਾ ਨਾਂ, ਜਿਹੜਾ ਇਸ ਵੇਲੇ ਉਹਦਾ ਹੈਡ ਆ, ਮਤਲਬ ਜਿਹਨੂੰ ਉਸ ਆਰਗੇਨਾਈਜੇਸ਼ਨ ਦਾ। ਬਿਲਕੁਲ। ਉਹ ਆਪਣੇ ਉਹਦਾ ਪ੍ਰੋਪਰ ਨਾਮ ਨਹੀਂ ਮੈਨੂੰ ਯਾਦ ਰਿਹਾ। ਆਰਗੇਨਾਈਜੇਸ਼ਨ ਵਰਕਿੰਗ ਔਨ ਦੈਟ ਇਨ ਦੈਟ ਫੀਲਡ। ਉਹ ਸੁਮਨ ਸਾਹਿਬ ਨਰਿੰਦਰ ਨਾਇਕ ਸਾਡੇ ਯਾਨੀ ਕਿ ਉਹ ਪ੍ਰਧਾਨ ਹੈਗੇ, ਇੱਥੇ ਵੀ ਆ ਚੁੱਕੇ ਸਾਡੇ ਕੋਲ ਵੀ। ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ, ਬਹੁਤ ਮਿਹਰਬਾਨੀ। ਥੈਂਕ ਯੂ। ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੁਣੀ, ਜਿਨ੍ਹਾਂ ਨੇ ਕਾਫੀ ਲੰਬੀ ਚੌੜੀ ਗੱਲ ਕੀਤੀ। ਤੁਸੀਂ ਵੀ ਜਿਹੜਾ ਟੈਲੀਫੋਨ ਕਾਲਸ ਕਰਕੇ ਆਪਣੇ ਵਿਚਾਰ ਸਮਝ ਸਾਂਝੇ ਕਰ ਸਕਦੇ ਆ, ਕਿਉਂਕਿ ਇਸ ਮਹਾਨ ਬੰਦੇ ਨੇ ਯਾਨੀ ਕਿ ਡਾਕਟਰ ਅਬਰਾਮ ਕਪੂਰ ਨੇ, ਜੋ ਖਾਸ ਕਰਕੇ ਪੰਜਾਬੀਆਂ ਨੂੰ ਤੇ ਸਾਡੇ ਏਸ਼ੀਅਨ ਭਾਈਚਾਰੇ ਨੂੰ ਜੋ ਯਾਨੀ ਕਿ ਦੇਣ ਦਿੱਤੀ ਹੈ, ਉਹਨੂੰ ਅਸੀਂ ਅੱਖੋਂ ਪਰੋਖ ਨਹੀਂ ਕਰ ਸਕਦੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਕੈਨੇਡਾ ਤੋਂ ਸ਼ਾਂਤੀ ਬੋਲ ਰਹੀ ਹਾਂ ਜੀ। ਹਾਂਜੀ ਸ਼ਾਂਤੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਜਿਹੜਾ ਵਹਿਮ ਭਰਮ ਤੇ ਜਿਹੜੇ ਟੂਣੇ ਟਾਮਣੇ ਬਾਬੇ ਸਾਧ ਤੁਹਾਡੇ ਵੀ ਕੈਨੇਡਾ ਵਿੱਚ ਵੀ ਕਹਿੰਦੇ ਕਾਫੀ ਭਰਮਾਰ ਹੈ ਇਹਨਾਂ ਦੀ। ਹਾਂਜੀ, ਇਸ ਯੁੱਗ ਦੇ ਵਿੱਚ ਵੀ ਮੈਂ ਕਹਿੰਦੀ ਹਾਂ, ਉੱਥੇ ਮੈਂ ਇੰਡੀਆ ਇਹ ਕੁਛ ਨਹੀਂ ਸੀ ਦੇਖਿਆ ਜੋ ਅੱਜ ਕੱਲ੍ਹ ਇੱਥੇ ਸਰੀ ਦੇ ਵਿੱਚ ਦੇਖ ਰਹੀ ਹਾਂ। ਬੱਚੇ ਉਹਨੂੰ ਚੱਕ ਕੇ ਮਜ਼ਾਕ ਉਡਾਉਂਦੇ ਆ। ਅੱਛਾ। ਸਾਡੇ ਵੀ ਇੱਥੇ ਪੰਡਤ ਆ ਜਿਹੜੇ ਹੱਥ ਦੇਖਦੇ ਆ, ਉਹਨਾਂ ਨੂੰ ਫੜਿਆ ਵੀ ਆ ਤਰਕਸ਼ੀਲਤਾ ਵਾਲਿਆਂ ਨੇ। ਹਾਂਜੀ। ਉਹਨਾਂ ਤੋਂ ਪੈਸੇ ਵੀ ਕਢਾਏ ਆ। ਕੋਈ ਜਨਾਨੀ ਉਹਨੂੰ ਪੈਸੇ ਦੇਣ ਜਾਂਦੀ ਸੀ ਤਾਂ ਉਹਦਾ ਕਹਿੰਦਾ ਸੀ ਮੇਰਾ ਕੰਮ ਹੋ ਜਾਊਗਾ, ਤੇਰਾ ਹੋ ਜਾਊਗਾ। ਇੱਥੋਂ ਤੱਕ ਕਿ ਲੋਕ ਇੰਨੇ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਆ ਦੁਨੀਆ। ਇਹ ਡਾਕਟਰ ਕਪੂਰ ਦੇ ਡਰਾਮੇ ਵੀ ਆ ਤਰਕਸ਼ੀਲਤਾ ਵਾਲੇ ਕਰਕੇ ਦਿਖਾਲਦੇ ਆ, ਪਰ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ। ਸਾਡੇ ਮੰਦਿਰ ਆ ਇੱਥੇ, ਬਹੁਤ ਵੱਡਾ ਮੰਦਿਰ ਆ ਸਰੀ ਦੇ ਵਿੱਚ। ਉੱਥੇ ਦੇਖਿਆ ਨਾ ਕਬੂਤਰਾਂ ਦੀਆਂ ਨੈਕ ਕੱਟ ਕੇ ਰੱਖੀਆਂ ਹੋਈਆਂ, ਕਿਸੇ ਨੇ ਪੰਛੀਆਂ ਦੀਆਂ, ਵਿਚਾਰਿਆਂ ਦੀਆਂ। ਓ ਮਾਈ ਗਾਡ, ਮੈਂ ਤਾਂ ਅੱਖਾਂ ਹੀ ਮੀਟ ਰਹੀ ਹਾਂ ਉਹਨਾਂ ਵੱਲ ਦੇਖ ਕੇ। ਨਾਲੇ ਮੈਂ ਉੱਥੇ ਪੰਡਤ ਨੂੰ ਮੈਂ ਦੱਸ ਕੇ ਆਈ, ਮੈਂ ਕਿਹਾ ਆਹ ਦੇਖੋ, ਆ ਤੁਹਾਡਾ ਮੰਦਿਰ ਆਹ ਕੁਛ ਕਰਦਾ ਆ। ਮੈਂ ਕਿਹਾ ਕੀ ਇੱਥੇ ਮੰਦਿਰਾਂ 'ਚ ਆਉਣਾ ਆ ਜਿੱਥੇ ਇੱਦਾਂ ਦੇ ਲੋਕ ਆਉਂਦੇ ਆ। ਜਦੋਂ ਬਾਬਾ ਨਾਨਕ ਦਾ ਜਨਮ ਹੋਇਆ ਸੀ, ਅੱਜ ਤੋਂ ਆਲਮੋਸਟ 550 years ago, 550 ਸਾਲ ਪਹਿਲਾਂ, ਉਦੋਂ ਉਹਨਾਂ ਦੇ ਜਨਮ ਵੇਲੇ ਕਹਿੰਦੇ ਸੀ ਵੀ ਵਹਿਮ ਭਰਮ ਬਹੁਤ ਸੀ। ਜਦੋਂ ਬਾਬਾ ਜੀ ਪੈਦਾ ਹੋਏ ਆ, ਜਿੰਨੇ ਵੀ ਵਹਿਮ ਭਰਮ ਆ ਇਹਨਾਂ ਨੇ ਦੂਰ ਕੀਤੇ। ਪਰ ਮੈਨੂੰ ਤਾਂ ਲੱਗਦਾ ਵੀ ਹੁਣ ਜ਼ਿਆਦਾ ਹੋ ਗਿਆ, ਉਦੋਂ ਵੀ ਜ਼ਿਆਦਾ ਹੋ ਗਿਆ। ਜਦੋਂ ਬਾਬਾ ਜੀ ਬੋਰਨ ਹੋਏ ਸੀ ਉਦੋਂ ਤਾਂ ਉਹਨਾਂ ਨੇ ਆਪਣਾ ਬਹੁਤ ਤਰਕ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਗੱਲਾਂ ਸਮਝਾਈਆਂ, ਪਰ ਲੋਕੀ ਤਾਂ ਸਮਝੇ ਨਹੀਂ ਹੈਗੇ। ਸਾਡੇ ਤਾਂ ਇੱਥੇ ਲੋਕ ਇੰਨੇ ਬਾਬਿਆਂ ਨੂੰ ਮੰਨਦੇ ਆ। ਉਹ ਇੱਕ ਦੇਖਿਆ ਮੈਂ ਵੀਡੀਓ ਦੇਖ ਰਹੀ ਸੀ, ਤਾਂ ਉਹ ਬਾਬਾ ਡਾਂਸ ਕਰਦਾ ਨਾਲ, ਉਹਦੀ ਵਾਈਟ ਕੱਪੜੇ ਪਾਏ ਹੋਏ ਆ, ਨਾਲ ਬੁੜੀਆਂ ਵੀ ਲੱਗੀਆਂ ਹੋਈਆਂ ਆ। ਤੇ ਉਹ ਦੇਖੋ, ਮੈਨੂੰ ਨਹੀਂ ਸਮਝ ਆਉਂਦੀ ਵੀ ਜੇ ਤੁਹਾਡੇ ਕੋਲ 10 ਬਾਬੇ ਆ, 10 ਗੁਰੂ ਆ, ਤੁਹਾਨੂੰ ਜੇ ਤੁਸੀਂ ਉਹਨਾਂ ਦੀ ਬਾਣੀ ਪੜ੍ਹਦੇ ਆ ਜਾਂ ਸਿਮਰਨ ਕਰਦੇ ਆ, ਉਹ ਅਨਾਫਾ ਜਾਂ ਤੁਹਾਨੂੰ ਹੋਰ ਕਿੰਨੇ ਕੁ ਬਾਬੇ ਚਾਹੀਦੇ ਆ। ਉਹ ਕਹਿੰਦੇ ਆ, ਫਿਰ ਉਹ ਕਹਿੰਦੇ ਤੁਸੀਂ ਸਾਡੇ ਕੋਲ ਆਓ, ਅੱਜ ਚੌਂਕੀ ਲੱਗਣੀ ਆ, ਉਹ ਲੱਗਣਾ। ਤੁਹਾਨੂੰ ਮੈਂ, ਕਿਉਂਕਿ ਮੈਂ ਇੰਡੀਆ ਤੋਂ ਜਦੋਂ ਆਈ ਉਦੋਂ ਮੈਨੂੰ ਬਹੁਤ ਨਹੀਂ ਪਤਾ ਵੀ ਉੱਥੇ ਕੀ ਹੁੰਦਾ ਸੀ, ਪਰ ਕੋਈ ਉੱਥੇ ਬਾਬਾ ਇੱਕ ਖਿਲਾਉਂਦਾ ਹੁੰਦਾ ਸੀਗਾ।
ਸਾਡੇ ਪਿੰਡ ਦੇ ਨਾਲ ਹੀ ਇੱਕ ਹੋਰ ਪਿੰਡ ਸੀ, ਉੱਥੇ ਬਾਬਾ ਨਾ ਪਤਾ ਨਹੀਂ ਉਹ ਏਦਾਂ ਸੈਰ ਸੂਰ ਮਾਰਦਾ ਹੁੰਦਾ ਸੀ, ਉਹ ਆ ਗਿਆ ਬਾਬਾ ਆ ਗਿਆ ਫਲਾਨਾ ਭੂਤ ਆ ਗਿਆ ਤਾਂ। ਪਰ ਇੱਥੇ ਆ ਕੇ ਮੈਂ ਜੋ ਕੁਛ ਵੀ ਦੇਖਿਆ ਹੈ, ਬਹੁਤ ਸਾਰੀ ਜ਼ਿੰਦਗੀ ਮੈਂ ਇੱਥੇ ਬਤੀਤ ਕੀਤੀ ਆ, ਇੱਥੇ ਵੀ ਲੋਕ ਵਹਿਮਾਂ ਭਰਮਾਂ ਨਾਲ ਇੰਨੇ ਭਰੇ ਪਏ ਆ ਨਾ। ਜਦੋਂ ਕੋਈ ਬੰਦਾ ਮਰ ਜਾਂਦਾ ਉਹਦੀ ਕਹਿੰਦੀਆਂ ਐਸ਼ਸ ਲੈ ਕੇ ਜਾਣੇ ਆ, ਜੇ ਕੋਈ ਹਿੰਦੂ ਉਹ ਕਹਿੰਦਾ ਮੈਂ ਹਰਿਦੁਆਰ ਲੈ ਕੇ ਜਾਣੇ ਆ, ਤੇ ਜੇ ਕੋਈ ਸਿੱਖ ਆ ਉਹ ਆਪਣੇ ਕੀਰਤਪੁਰ ਜਾਂ ਜਿੱਥੇ ਵੀ ਜਾਂਦੇ ਸਾਰੇ ਟੱਬਰਾਂ ਦੇ ਟੱਬਰ ਹੀ ਜਾਂਦੇ ਆ, ਉਹਨੂੰ ਕਹਿੰਦੇ ਸੀ ਵਿਦਿਆ ਕਰਨ ਜਾਣਾ ਹੈ ਇਹ ਐਸ਼ਸ ਲੈ ਕੇ। ਤੇ ਉੱਥੇ ਜਾ ਕੇ ਐਸ਼ਸ ਸਿਰ ਇੱਕ ਤਾਂ ਮੈਂ ਕਿਸੇ ਸੰਤ ਦੀ ਵੀਡੀਓ ਦੇਖ ਰਹੀ ਸੀ, ਵੈਸੇ ਉਹਨੇ ਸੋਹਣੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਲੋਕ ਐਡੀ ਦੂਰ ਐਸ਼ਸ ਲੈ ਕੇ ਜਾਂਦੇ ਆ, ਕੋਈ ਗੰਗਾ ਚ ਪਾਉਂਦਾ ਹੈ, ਕੋਈ ਕੀਰਤਪੁਰ ਪਾਉਂਦਾ ਜਾਂ ਕਿਤੇ ਵੀ ਪਾਉਂਦਾ ਹੈ। ਕਹਿੰਦਾ ਇੱਕ ਤਾਂ ਉਹਨਾਂ ਨਾਲ ਪਾਣੀ ਗੰਦਾ ਹੁੰਦਾ ਹੈ, ਦੂਜਾ ਉਹ ਕਹਿੰਦਾ ਕਿਉਂ ਨਹੀਂ ਤੁਸੀਂ ਆਪਣੀ ਖੇਤਬਾੜੀ ਜਿਹੜੀ ਤੁਹਾਡੀ ਉੱਥੇ ਖੇਤ ਆ, ਤੁਸੀਂ ਕਿਉਂ ਨਹੀਂ ਉਹਦੇ ਵਿੱਚ ਤੁਸੀਂ ਉਹਨੂੰ ਦੱਬ ਕੇ ਉੱਤੇ ਇੱਕ ਟਰੀ ਲਾ ਦਿੰਦੇ ਤਾਂ ਕਿ ਤੁਸੀਂ ਉਹਨੂੰ ਯਾਦ ਵੀ ਕਰਦੇ ਰਹੋ। ਉਹਦੀ ਗੱਲ ਮੈਨੂੰ ਬੜੀ ਚੰਗੀ ਲੱਗੀ। ਵੈਸੇ ਮੈਂ ਤਾਂ ਆਪਣੇ ਬੱਚਿਆਂ ਨੂੰ ਕਿਹਾ ਜਦੋਂ ਮੈਂ ਮਰ ਗਈ ਜਿੱਥੇ ਮਰਜੀ ਸਿੱਟ ਦਿਓ, ਮੈਂ ਆਈ ਡੋਂਟ ਮਾਈਂਡ ਜਿੱਥੇ ਮਰਜੀ। ਪਰ ਮੈਂ ਤਾਂ ਸ਼ਾਂਤੀ ਜੀ ਮੈਂ ਕੋਈ ਬਲੀਵ ਨਹੀਂ ਕਰਦੀ ਨਾ ਭੂਤਾਂ ਪ੍ਰਾਤਾਂ ਚ ਜਾਂ ਇੱਥੇ। ਮੈਨੂੰ ਸਭ ਮੇਰੇ ਬ੍ਰਦਰ ਲਾ ਆਇਆ ਸੀ, ਉਹ ਕਹਿੰਦਾ ਫਲਾਣੇ ਥਾਂ ਭਾਬੀ ਉੱਥੇ ਟੂਣਾ ਕਿੱਦਾਂ ਸੀ। ਮੈਂ ਕਿਹਾ ਜੇ ਮੈਂ ਹੁੰਦੀ ਮੈਂ ਉਹ ਟੂਣਾ ਹੱਥ ਨਾਲ ਚੱਕ ਲੈ। ਕਹਿੰਦਾ ਸੱਚੀ? ਮੈਂ ਕਿਹਾ ਕਿਉਂ ਨਹੀਂ। ਮੈਂ ਕਿਹਾ ਉਹ ਟੂਣੇ ਚ ਕੀ ਆ? ਮੈਂ ਕਿਹਾ ਉਹ ਕੀ ਆ ਉਹਦੇ ਵਿੱਚ? ਮੈਂ ਕਿਹਾ ਆ ਜਾ ਉਰੇ, ਮੈਂ ਉਹਨੂੰ ਚੱਕ ਕੇ ਦਿਖਾਲਦੀ ਆ, ਹੋ ਜਾਵੇ ਜੋ ਮੈਨੂੰ ਹੋਣਾ ਆ। ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੇ ਇੰਨੇ ਭਰਮ ਵਹਿਮ ਕਿੱਥੋਂ ਪਏ ਹੋਏ ਆ ਦਿਮਾਗ, ਕਦੋਂ ਨੂੰ ਕਲੀਨ ਹੁੰਦੇ ਆ। ਅਸੀਂ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਆ ਜਾਂ ਤੁਸੀਂ ਇੰਗਲੈਂਡ ਵਿੱਚ ਰਹਿੰਦੇ ਆ, ਇੱਥੇ ਲੋਕੀ ਇੰਨੇ ਦੂਰ ਗੋਰੇ ਦਾ ਸਾਰਾ ਦਿਨ ਸੋਚਦੇ ਰਹਿੰਦੇ ਅਸੀਂ ਕੋਈ ਭਲਾਈ ਕਰੀਏ, ਇਹਨਾਂ ਦਾ ਭਲਾਈ ਵਾਲਾ ਕੋਈ ਕੰਮ ਕਰੀਏ, ਚੰਦ ਤਾਈਂ ਪਹੁੰਚੇ ਹੋਏ ਆ। ਇੰਨੀਆਂ ਉਹਨਾਂ ਨੇ ਕਾਢਾਂ ਕੱਢੀਆਂ, ਸਾਡੇ ਲੋਕਾਂ ਦਾ ਦਿਮਾਗ ਇੱਧਰ ਨੂੰ ਚੱਲਿਆ ਆ ਵੀ ਕਿਹੜੇ ਬਾਬੇ ਕੋ ਜਾਣਾ ਆ, ਕਿਹੜਾ ਵਹਿਮ ਭਰਮ ਕਰਨਾ। ਓਕੇ ਸ਼ਾਂਤੀ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਸ਼ਾਂਤੀ ਹੋਣੀ ਸਰੀ ਤੋਂ ਕੈਨੇਡਾ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜਿਹੜੀ ਮੈਂ ਗੱਲ ਸੀ ਕਰ ਰਿਹਾ, ਦੋ ਕਿਤਾਬਾਂ ਜਿਹੜੀਆਂ ਸੀ, ਬੀ ਗੋਨ ਗੋਡਮੈਨ ਅਤੇ ਦੂਸਰੀ ਯਾਨੀ ਕਿਹੜੀ ਕਿਤਾਬ ਸੀ ਗੋਡ ਡੀਮਨਸ ਐਂਡ ਸਪਿਰਿਟਸ। ਅਤੇ ਇਹਨਾਂ ਦਾ ਟਰਾਂਸਲੇਸ਼ਨ ਜਿਹੜਾ ਹੈਗਾ ਬੀ ਗੋਨ ਗੋਡਮੈਨ ਦਾ ਹੈਗਾ ਅਤੇ ਦੇਵਪੁਰ ਸ਼ਾਰਗ ਹੈ। ਅਤੇ ਦੂਸਰੀ ਕਿਤਾਬ ਜਿਹੜੀ ਸੀਗੀ ਗੋਡਸ ਡੀਮਨਸ ਐਂਡ ਸਪਿਰਿਟਸ ਦਾ ਟਰਾਂਸਲੇਟ ਦੇਵ ਜੈਂਤ ਅਤੇ ਰੂਹਾਂ। ਇਹ ਸਾਰੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਤਰਸ਼ੀਦ ਸੁਸਾਇਟੀ ਕੋਲੋਂ ਵੀ ਮਿਲਦੀਆਂ ਹੈਗੀਆਂ, ਇੰਡੀਆ ਵਿੱਚੋਂ ਤੁਸੀਂ ਲੈ ਸਕਦੇ ਆ। ਅਤੇ ਸਾਡੀ ਯਾਨੀ ਕਿ ਜਿਹੜੀ ਇੱਥੇ ਸੁਸਾਇਟੀ ਹੈਗੀ ਹੈ ਸਾਡੇ ਤੋਂ ਵੀ ਤੁਸੀਂ ਇਹ ਕਿਤਾਬਾਂ ਲੈ ਸਕਦੇ। ਅਤੇ ਹੋਰ ਵੀ ਲਿਟਰੇਚਰ ਜਿਹੜਾ ਹੈਗਾ ਬਹੁਤ ਸਾਰਾ ਸਾਡੇ ਕੋਲ ਹੈ। ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਲੋਕਾਂ ਨੂੰ ਚੰਗੀ ਸੇਧ ਦੇ ਸਕੀਏ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਡਾਕਟਰ ਸਾਹਿਬ ਬਲਵੀਰ ਆ ਬੋਲਦੇ ਜੀ। ਬਲਵੀਰ ਜੀ, ਕੀ ਕਹਿਣਾ ਚਾਹੋਗੇ ਇਹਨਾਂ ਬਾਬਿਆਂ ਤਾਂਤਰਿਕਾਂ ਬਾਰੇ? ਤੁਹਾਡਾ ਵੀ ਕਦੀ ਬਾਹ ਪਿਆ? ਵਾਹ ਤਾਂ ਪਿਆ ਜੀ। ਗੱਲ ਤਾਂ ਪਹਿਲੀ ਇਹ ਗੱਲ ਆ ਵੀ ਜਿਹੜੀ ਤੁਸੀਂ ਨਾ ਮਤਲਬ ਜਿਹੜਾ ਇਹ ਲੇਖ ਪੜ੍ਹਿਆ ਹੈਗਾ ਡਾਕਟਰ ਸਾਹਿਬ ਬਾਰੇ। ਹਾਂਜੀ, ਡਾਕਟਰ ਕਪੂਰ ਬਾਰੇ ਮੈਂ ਤਾਂ ਪਹਿਲੀ ਵਾਰੀ ਸੁਣਿਆ ਇਹ। ਅੱਛਾ ਜੀ। ਕਿਉਂਕਿ ਕਈ ਵਾਰੀ ਬਹੁਤਾ ਨਹੀਂ ਇੱਧਰ ਉੱਧਰ ਅਸੀਂ ਦੇਖਦੇ ਹੈਗੇ। ਠੀਕ ਆ। ਪਰ ਸੁਣ ਕੇ ਜਾਣੀ ਜ਼ਰੂਰ ਤੁਹਾਡੇ ਮਨ ਨੂੰ ਇਹ ਲੱਗਦੀ ਗੱਲ ਵੀ ਕਿੰਨਾ ਕੁਛ ਕੀਤਾ ਉਹਨਾਂ ਨੇ। ਹਾਂਜੀ। ਔਰ ਲੋਕਾਂ ਨੂੰ ਜਗਾਉਣ ਲਈ। ਔਰ ਸੁਮਨ ਸਾਹਿਬ ਨੇ ਵੀ ਬੜਾ ਚਾਨਣਾ ਪਾਇਆ ਉਹਦੇ ਉੱਤੇ। ਹਾਂਜੀ, ਥੈਂਕ ਯੂ। ਔਰ ਸੋਹਣਾ ਲੱਗਾ ਸਾਨੂੰ। ਹਾਂਜੀ ਹਾਂਜੀ। ਗੱਲ ਇੱਦਾਂ ਵੀ ਹੁਣ ਨਾ ਜਿਹੜਾ ਜ਼ਮਾਨਾ ਹੈਗਾ ਆ, ਇਹ ਉਹਨਾਂ ਚੀਜ਼ਾਂ ਦਾ ਨਹੀਂ ਹੈਗਾ, ਪਰ ਉਹਨਾਂ ਚੀਜ਼ਾਂ ਦੇ ਵਿੱਚ ਫਸੇ ਹੋ ਸਾਡੇ ਲੋਕ ਬਹੁਤ ਜ਼ਿਆਦਾ। ਹਾਂਜੀ। ਹੁਣ ਜ਼ਮਾਨਾ ਹੈਗਾ YouTube Facebook ਦਾ, ਇਹਦੇ ਉੱਤੇ ਸਾਰਾ ਕੁਝ ਰਿਵੀਲ ਹੋ ਜਾਂਦਾ, ਤੁਸੀਂ ਐਨ ਪਰਦਾ ਫੂਲ ਹੋ ਜਾਂਦਾ ਵੀ ਇਹ ਕੀ ਕੁਛ ਹੈਗਾ। ਬਿਲਕੁਲ। ਈਵਨ ਕਿ ਜਾਦੂਗਰ ਜਿਹੜੇ ਲੋਕ ਆ, ਗੋਰੇ ਜਾਦੂਗਰ ਖਾਸ ਕਰਕੇ, ਇਹਨਾਂ ਨੇ ਆਪਣੀਆਂ ਜੋ ਵੀ ਇਹਨੇ ਕਮਾਈ ਕੀਤੀ ਹੈ ਜਾਦੂਗਰੀ ਦੇ ਥਰੂ, ਮੈਜਿਕ ਦੇ ਥਰੂ ਕਮਾਈ ਕੀਤੀ ਹੈ, ਇਹਨਾਂ ਨੇ ਮਗਰੋਂ ਖੋਲ ਕੇ ਰੱਖ ਦਿੱਤਾ ਵੀ ਇਹ ਏਦਾਂ ਹੋ ਜਾਂਦਾ ਹੈ, ਏਦਾਂ ਹੋ ਜਾਂਦਾ, ਏਦਾਂ ਅਸੀਂ ਕਰ ਦਿੰਦੇ ਹਾਂ ਵੀ ਤੁਹਾਨੂੰ ਲੱਗਦਾ ਸਿਰਫ ਇਹ ਐਂਟਰਟੇਨਮੈਂਟ ਹੈਗੀ ਆ, ਕੋਈ ਸ਼ਕਤੀ ਨਹੀਂ ਹੈਗੀ। ਇਹ ਸਾਰਾ ਉਹਨੇ ਖੋਲ ਕੀਤਾ ਕਿਉਂਕਿ ਇੱਥੇ ਦਾ ਜਿਹੜਾ ਇੱਕ ਮਸ਼ਹੂਰ ਜਾਦੂਗਰ ਹੈਗਾ, ਮੈਂ ਸ਼ਾਇਦ ਨਾ ਉਹਦਾ ਲਵਾਂ ਜਾਂ ਨਾ ਲਵਾਂ ਪਤਾ ਨਹੀਂ ਮੈਨੂੰ, ਕੋਈ ਪਹਿਲੀ ਦੇ ਉੱਤੇ ਲੈ ਸਕਦੇ ਕਿ ਨਹੀਂ ਲੈ ਸਕਦੇ। ਉਹਨਾਂ ਨੇ ਨਾ ਪਿਸਟਲ ਦੇ ਅੰਦਰ ਗੋਲੀਆਂ ਪਾ ਕੇ ਤਾਂ ਉਹਨਾਂ ਨੇ ਚਲਾਈਆਂ ਸੀ ਆਪਣੇ ਉੱਤੇ। ਮੈਂ ਵੀ ਦੇਖਿਆ ਸੀ ਪ੍ਰੋਗਰਾਮ ਉਹ। ਹਾਂਜੀ ਹਾਂਜੀ, ਚਲੋ ਨਾਂ ਵੀ ਲੈ ਲਓ ਤਾਂ ਉਹਦਾ ਮਸ਼ਹੂਰ ਹੈ, ਉਹ ਤਾਂ ਕੋਈ ਗੱਲ ਨਹੀਂ ਹੈ, ਦੁਨੀਆ ਵਿੱਚ ਮਸ਼ਹੂਰ ਹੈਗੇ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੇ ਬਾਅਦ ਵਿੱਚ ਅਮਰੀਕਾ ਜਾ ਕੇ ਵੀ ਉਹ ਰਿਵੀਲ ਕੀਤਾ ਸੀਗਾ ਉਹਨਾਂ ਦਾ ਪਖੰਡਵਾਦ ਜਿਹੜਾ ਸੀਗਾ। ਤੇ ਉਹ ਜਾਣੀ ਤੁਸੀਂ ਇਲੂਜ਼ਨਿਸਟ ਨੂੰ ਕਹਿੰਦੇ, ਜਾਣੀ ਇੱਦਾਂ ਦਾ ਉਹ ਕੰਮ ਕਰਦੇ ਆ ਵੀ ਦਿਮਾਗ ਇੰਨਾ ਸਾਇੰਸ ਉਹਦੇ ਉੱਤੇ ਵਰਤਦੇ ਹੈਗੇ ਆ ਵੀ ਉਹ ਦੂਜੇ ਬੰਦੇ ਨੂੰ ਜਾਣੀ ਇੰਨਾ ਭੁਲੇਖਾ ਪਾ ਦਿੰਦੇ, ਪਤਾ ਨਹੀਂ ਲੱਗਣ ਦਿੰਦੇ ਵੀ ਅਸੀਂ ਕੀ ਕਰ ਰਹੇ ਹਾਂ। ਹਾਂਜੀ ਹਾਂਜੀ, ਠੀਕ ਹੈ। ਉਹਨਾਂ ਤੋਂ ਕਈ ਗੁਣਾ ਬਹੁਤ ਜ਼ਿਆਦਾ ਤੇਜ਼ ਦਿਮਾਗ ਦੇ ਹੁੰਦੇ ਉਹ ਲੋਕ। ਇਹ ਜਾਦੂਗਰ ਉਹ ਆਪਣੇ ਆਪ ਨੂੰ ਦੱਸਦੇ ਵੀ ਅਸੀਂ ਕੋਈ ਜਾਦੂਗਰ ਨਹੀਂ, ਕੋਈ ਸ਼ਕਤੀ ਨਹੀਂ, ਅਸੀਂ ਪ੍ਰੈਕਟਿਸ ਇੰਨੀ ਕਰ ਲਈ ਹੈਗੀ ਆ ਵੀ ਅਸੀਂ
ਤੁਹਾਨੂੰ ਭੁਲੇਖਾ ਪਾ ਸਕਦੇ। ਬਿਲਕੁਲ ਬਿਲਕੁਲ ਬਿਲकुल ਬਸ ਆਹੀ ਗੱਲ ਹੈਗੀ ਆ। ਦੂਜਾ ਉਹਨਾਂ ਨੇ ਦੇਖੋ ਕਿੱਡੇ ਕਿੱਡੇ ਜਾਦੂਗਰ ਹੈਗੇ, ਉਹਨਾਂ ਨੇ ਇੱਕ ਛੋਟੇ ਜਿਹੇ ਪਤੀਲੇ ਦੇ ਵਿੱਚ ਇੱਕ ਜਵਾਨ ਕੁੜੀ ਨੂੰ ਪਾ ਦਿੰਦੇ ਆ ਔਰ 5-10 ਕਿਰਪਾਨਾਂ ਵਿੱਚ ਦੀ ਕੱਢ ਦਿੰਦੇ ਆ। ਇਦਾਂ ਹੀ ਇਦਾਂ ਹੀ ਔਰ ਉਹ ਫਲੈਕਸੀਬਿਲਿਟੀ ਇੰਨੀ ਤਿਆਰ ਕੀਤੀ ਹੁੰਦੀ ਉਸ ਲੜਕੀ ਦੀ ਵੀ ਉਹ ਛੋਟੇ ਜਿਹੇ ਪਤੀਲੇ ਵਿੱਚ ਵੀ ਕਈ ਵਾਲ ਜਿਹਾ ਖਾ ਜਾਂਦੀ ਆ ਉਹਦੇ ਵਿੱਚ। ਹਾਂਜੀ ਸਾਨੂੰ ਲੱਗਦਾ ਵੀ ਪਤਾ ਨਹੀਂ ਇਹਨਾਂ ਨੇ ਕੀ ਜਾਦੂ ਕਰ ਲਿਆ ਹੋਊਗਾ, ਕੀ ਕੀਤਾ ਹੋਊਗਾ, ਕਿੰਨੇ ਕਿਰਪਾਨਾਂ ਕੱਢੀਆਂ ਹੋਊਗੀਆਂ। ਠੀਕ ਹੈ ਬਲਵੀਰ ਜੀ। ਹਾਲਾਂਕਿ ਉਹ ਕਿਰਪਾਨਾਂ ਆਪ ਫੜ ਕੇ ਹੱਥ ਨਾਲ ਆਪਣੇ ਸਰੀਰ ਦੇ ਸਾਈਡਾਂ ਤੇ ਦੀ ਲਗਾਉਂਦੀ ਆ। ਓਕੇ ਬਲਵੀਰ ਜੀ। ਔਰ ਕੈਮਰਿਆਂ ਦੇ ਨਾਲ ਡਾਕਟਰ ਸਾਹਿਬ ਹੋਰ ਕਰ ਲੈਂਦੇ ਥੋੜੀ ਜਿਹੀ ਗੱਲ ਇੱਕ ਦੋ। ਹਾਂਜੀ ਹਾਂਜੀ। ਇੱਕ ਜਾਦੂਗਰ ਗਿਆ ਸੀਗਾ ਇੰਡੀਆ ਨੂੰ। ਹਾਂਜੀ। ਇੱਥੇ ਬ੍ਰੈਡਫੋਰਡ ਦਾ ਮੁੰਡਾ ਜਾਦੂਗਰ ਗੋਰਿਆਂ ਦਾ। ਹਾਂ ਹਾਂ। ਉਹ ਇੰਡੀਆ ਗਿਆ ਸੀਗਾ ਤਾਂ ਉੱਥੇ ਸਾਧੂਆਂ ਦੀ ਮੰਡਲੀਆਂ ਬਹੁਤ ਹੁੰਦੀਆਂ। ਹਾਂ ਹਾਂ। ਉਹਨੇ ਉਹਨਾਂ ਨੂੰ ਅਖਬਾਰ ਇੱਕ ਫੜਾਈ ਤੇ ਅਖਬਾਰ ਫੜਾਈ ਤਾਂ ਉਹ ਕੋਲੇ ਰੱਖ ਦਿੱਤੀ ਉਹਨਾਂ ਦੇ। ਉਹਨੂੰ ਮਿੰਟ ਬਾਅਦ ਅੱਗ ਲੱਗ ਗਈ। ਅੱਛਾ। ਉਹਨਾਂ ਨੇ ਕਿਹਾ ਵੀ ਬਹੁਤ ਬੜਾ ਬੰਦਾ ਬਣੂਗਾ। ਆਸ਼ੀਰਵਾਦ ਉਹਨੂੰ ਦਿੱਤਾ ਉਹਨਾਂ ਨੇ। ਅੱਛਾ। ਹਾਲਾਂਕਿ ਉਹਨੂੰ ਤਾਂ ਪਤਾ ਵੀ ਦੋ ਚੀਜ਼ਾਂ ਦਾ ਮਿਸ਼ਰਣ ਹੈਗਾ, ਗਲੈਸਰੀਨ ਔਰ ਪੋਟਾਸ਼ੀਅਮ ਪਰਮੰਗਨੇਟ ਦਾ। ਬਿਲਕੁਲ ਬਿਲਕੁਲ। ਉਹ ਤੁਸੀਂ ਮਿੰਟ ਪਈ ਰਹਿਣ ਦਿਓ ਤਾਂ 2-4 ਮਿੰਟਾਂ ਬਾਅਦ ਉਹਨੂੰ ਆਪੇ ਹੀ ਅੱਗ ਲੱਗ ਜਾਂਦੀ ਹੈ। ਇਦਾਂ ਹੀ ਔਰ ਤੁਹਾਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ, ਅੱਗ ਕੋਲ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ। ਇਦਾਂ ਹੀ। ਔਰ ਇਹਦੇ ਤੋਂ ਹੀ ਇਹਨਾਂ ਸ਼ਕਤੀਆਂ ਤੋਂ ਹੀ ਜਿਹੜੇ ਸਾਡੇ ਲੋਕ ਜਿਹੜੇ ਹੈਗੇ ਆ ਉਹ ਮਗਰ ਲੱਗ ਜਾਂਦੇ ਆ ਵੀ ਇਹ ਬਾਬਾ ਜੀ ਨੇ ਅੱਗ ਲਾ ਦਿੱਤੀ ਹੈਗੀ ਆ ਤੇ ਆਪਣੇ ਆਪੇ ਲੱਗ ਗਈ ਇੱਥੇ। ਤਾਂ ਹੁਣ ਇਹ ਜਾਣੀ ਇਹ ਬਾਬਾ ਜੀ ਨੂੰ ਮੱਥਾ ਟੇਕੀਏ, ਇਹਨੂੰ ਪੈਸੇ ਦਈਏ ਤੇ ਇਹਦਾ ਵੱਡਾ ਚੋਲਾ ਹੈਗਾ, ਇਹਦੇ ਵੱਡੀ ਮਾਲਾ ਪਾਈ ਹੈਗੀ, ਇਹਦੇ ਵੱਡੀ ਸ਼ਕਤੀ ਹੈਗੀ ਇਹਦੇ ਵਿੱਚ। ਉਹ ਸਾਰਾ ਦਾ ਅਸਰ ਸਾਡੇ ਉੱਤੇ ਉਹਦੇ ਕੱਪੜਿਆਂ ਦਾ ਸਾਰਾ ਪਾ ਕੇ ਤਾਂ ਕਮਾਈ ਦਾ ਸਾਧਨ ਇਹ ਬਹੁਤ ਵੱਡਾ ਹੈ ਜੀ। ਠੀਕ ਹੈ ਜੀ। ਗੱਲਾਂ ਹੋਰ ਬਹੁਤ ਕਰਨ ਵਾਲੀਆਂ। ਮੈਂ ਕਹਿੰਦਾ ਯੂਕਰੇਨ ਤੇ ਰੂਸ ਦੀ ਲੜਾਈ ਲੱਗੀ ਹੋਈ, ਜੇ ਕਿਸੇ ਵੇਲੇ ਸ਼ਕਤੀ ਹੈਗੀ ਫੂਕ ਮਾਰ ਕੇ ਉਹ ਬੰਦ ਕਰ। ਓਕੇ ਬਲਵੀਰ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ। ਮੇਰੇ ਵੀਰ ਸੀ ਬਲਵੀਰ ਰਾਏ ਹੋਣੀ, ਜਿਹੜੇ ਸਾਡੇ ਇੱਥੇ ਟੈਲੀਵਿਜ਼ਨ 'ਤੇ ਪ੍ਰੋਗਰਾਮ ਵੀ ਦਿੰਦੇ ਹੈਗੇ ਆ। ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਤੁਸੀਂ ਵੀ ਮੈਨੂੰ ਸਾਂਝੀਆਂ ਕਰਨੀ ਚਾਹੁੰਦੇ ਹਾਂ। ਪਿੱਛੇ 3-4 ਕਾਲਸ ਵੇਟ ਕਰ ਰਹੀਆਂ। ਮੈਂ ਚਾਹੁੰਦਾ ਵੀ ਤੁਸੀਂ ਟੂ ਦੀ ਪੁਆਇੰਟ ਯਾਨੀ ਕਿ ਜੇ ਗੱਲ ਕਰੋ ਥੋੜ੍ਹੀ ਵਿੱਚ ਤੇ ਆਪਾਂ ਸਾਰੇ ਕਾਲਸ ਨੂੰ ਯਾਨੀ ਕਿ ਲੈ ਸਕੀਏ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ, ਹਰਭਜਨ ਕੌਰ ਬੋਲਦੀ ਹਾਂ। ਹਾਂਜੀ, ਲੰਡਨ ਤੋਂ ਬੋਲਦੀ ਹਾਂ। ਹਾਂਜੀ ਹਰਭਜਨ ਕੌਰ ਜੀ। ਹਾਂਜੀ, ਬਾਬਾ ਨਾਨਕ ਬਚਾਵੇ। ਅੱਜ ਕੱਲ ਬੜੇ ਭਰਮ ਵਹਿਮ ਕਰਦੇ ਜੀ। ਹਾਂ ਹਾਂ। ਜੇ ਕੋਈ ਇੱਕ ਵਿਧਵਾ ਔਰਤ ਹੋਵੇ ਤੇ 10 ਹੁਣ ਤੇ ਉਹਦੇ ਕੋਲ ਨਹੀਂ ਕੇ ਬੈਂਦੀਆਂ। ਐ ਨਹੀਂ ਸੋਚਦੇ ਸੱਦੇ ਕੱਲੇ ਆਵੇ ਨਾਨਕਾ, ਸੱਦੇ ਉੱਠ ਜਾਏ। ਬਿਲਕੁਲ ਬਿਲਕੁਲ। ਇਨਸਾਨ ਆਉਂਦਾ ਹੈ ਸੱਦੇ ਉੱਠ ਕੇ ਚਲਾ ਜਾਂਦਾ ਹੈ। ਇੱਕ ਪ੍ਰਾਹੁਣੇ ਦੁਨੀਆ ਤੇ ਆਏ ਹੋਏ ਆ, ਬੈਠ ਕਿਸੇ ਨਹੀਂ ਰਹਿਣਾ। ਕਿਤੇ ਰੋਟੀ ਮੁੱਕ ਗਈ, ਕਿਤੇ ਦਾਲ ਮੁੱਕ ਗਈ। ਦੋ ਆਏ ਨਹੀਂ ਤੇ ਦੋ ਨੇ ਜਾਣਾ ਨਹੀਂ। ਠੀਕ ਹੈ ਜੀ। ਤੇ ਐਨੇ ਭਰਮ ਵਹਿਮ ਕਰਦੇ ਤੇ ਜਿਆਦਾ ਰੱਬ ਬਚਾਵੇ। ਹੁਣ ਤੇ ਜ਼ਿਆਦਾ ਹੀ ਕਰਨ ਲੱਗ ਪਏ ਜੇ ਦਿਨੋਂ ਦਿਨ। ਠੀਕ ਹੈ ਭੈਣ ਜੀ। ਕਲਯੁਗ ਦਾ ਜ਼ਮਾਨਾ ਆਉਂਦਾ ਹੈ ਤੇ ਉਦੋਂ ਜ਼ਿਆਦਾ ਹੀ ਭਰਮ ਵਹਿਮ ਹੁੰਦੇ ਜੇ। ਸੱਚੇ ਜਾਈ ਬਾਬਾ ਜੀ ਨੂੰ ਤੇ ਘੱਟ ਹੀ ਗੁਰਦੁਆਰੇ ਜਾਂਦੇ ਜੇ ਤੇ ਉੱਥੇ ਜ਼ਿਆਦਾ ਜਾਂਦੇ ਜੇ। ਠੀਕ ਹੈ ਜੀ। ਠੀਕ ਹੈ ਜੀ। ਓਕੇ ਭੈਣ ਜੀ। ਇਹ ਤਾਂ ਸੀ ਜੀ ਮੇਰੇ ਭੈਣ ਜੀ ਹਰਭਜਨ ਕੌਰ ਹੋਣੀ, ਜਿਨ੍ਹਾਂ ਨੇ ਟੈਲੀਫੋਨ ਕੀਤਾ। ਸਰ ਤੋਂ 8.5 ਮਿੰਟ ਹੈ ਅਜੇ ਵੀ। ਜਿਸ ਤਰ੍ਹਾਂ ਮੈਂ ਗੱਲ ਸੀ ਕੀਤੀ, ਕਿਤਾਬਾਂ ਇਹ ਅੰਗਰੇਜ਼ੀ ਵਿੱਚ ਵੀ ਅਤੇ ਪੰਜਾਬੀ ਵਿੱਚ ਵੀ ਹੈਗੀਆਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਰੀਸ਼ ਮਤਰਾ ਜੀ, ਮੈਂ ਪਾਲ ਬੋਲ ਰਿਹਾ। ਪਾਲ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਡਾਕਟਰ ਕਪੂਰ ਬਾਰੇ ਤੇ ਜਿਹੜਾ ਵਹਿਮ ਭਰਮ ਹੈਗੇ ਆ? ਹਾਂਜੀ, ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਜਿਹੜਾ ਲੇਖ ਪੜ੍ਹਿਆ, ਉਹਨਾਂ ਦੀ ਬਹੁਤ ਸ਼ਖਸੀਅਤ ਦੇ ਕਾਫੀ ਪੱਖ ਜਿਹੜੇ ਤੁਸੀਂ ਪੇਸ਼ ਕਰੇ ਆ ਸਾਡੇ ਅੱਗੇ। ਥੈਂਕ ਯੂ ਜੀ। ਤੇ ਅਸਲ 'ਚ ਮੈਂ ਵੀ ਉਹਨਾਂ ਦੀ ਕਿਤਾਬ ਪੜ੍ਹੀ ਸੀ, ਦੇਵ ਪੁਰਸ਼ ਹਾਰ ਗਏ। ਹਾਂਜੀ ਹਾਂਜੀ, ਹੈ ਆਪਣੇ ਤੋਂ। ਤੇ ਜਿਸ ਤੋਂ ਮੈਂ ਪ੍ਰਭਾਵਿਤ ਹੋਇਆ, ਕਿਉਂਕਿ ਜਿਹੜੇ ਸਾਨੂੰ ਆਪਣੇ ਸਮਾਜ ਦੇ ਵਿੱਚੋਂ ਆਲੇ ਦੁਆਲੇ ਤੋਂ ਕੁਛ ਮਿੱਥਾਂ ਬਣ ਜਾਂਦੀਆਂ ਨੇ ਜਾਂ ਵਹਿਮ ਭਰਮ, ਉਪਰੀਆਂ ਸ਼ੈਵਾਂ ਤੇ ਕਰਮਾਂ ਦੀ ਗੱਲਾਂ, ਇਹ ਉਹ ਸਾਰੀ। ਤੇ ਉਹ ਫਿਰ ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਉਹ ਵਾਕਈ ਗੱਲ ਸਮਝ ਆਈ, ਹੈ ਨਾ, ਕਿ ਵੀ ਅਸਲੀਅਤ ਦੀ। ਠੀਕ ਹੈ ਜੀ। ਤੇ ਬਾਕੀ ਡਾਕਟਰ ਠੀਕ ਕਾਪੂਰ ਦਾ ਇੱਕ ਮੈਨੂੰ ਬਹੁਤ ਵਧੀਆ ਗੱਲ ਜਚੀ ਉਹਨਾਂ ਦੀ, ਜਿਹੜੀ ਕਿ ਕਿਉਂਕਿ ਜਿਹੜੀ ਉਹਨਾਂ ਨੇ ਸ਼ਰਤ ਰੱਖੀ ਹੈ। ਬਿਲਕੁਲ। ਹਾਂਜੀ ਹਾਂਜੀ ਹਾਂਜੀ। ਉਹ ਇਸ ਕਰਕੇ ਕਹੀਏ ਤੁਸੀਂ ਕਿਸੇ ਨਾਲ ਗੱਲ ਕਰੋ, ਕਿਉਂਕਿ ਜਿਹੜੇ ਵਹਿਮ ਭਰਮ ਮੰਨਣ ਵਾਲੇ ਨੇ ਉਹਨਾਂ ਕੋਲ ਵੀ ਦਲੀਲਾਂ ਉਹ ਬਹੁਤ ਨੇ, ਉਹਨਾਂ ਦੀ ਸਟੋਰੀਆਂ ਬਹੁਤ ਨੇ। ਪਰ ਜਿਹੜੀ ਜਦੋਂ ਤੁਸੀਂ ਸੌਖੀ ਗੱਲ ਨਿਬੇੜਨੀ ਹੋਏ ਕਿ ਭਾਈ ਆਹ ਨਾਮ ਆ 23 ਸ਼ਰਤਾਂ ਨੇ ਤੇ ਇਹਦੇ ਵਿੱਚੋਂ ਤੁਸੀਂ ਕੋਈ ਇੱਕ ਪੂਰੀ ਕਰਕੇ ਦਿਖਾ ਦਿਓ ਤੇ ਨਾਮ ਜਿੱਤ ਲਓ, ਅਸੀਂ ਮੰਨ ਲਾਂਗੇ। ਬਿਲਕੁਲ 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 ਬਿਲਕੁਲ। ਤੇ ਇਸੇ ਤਰ੍ਹਾਂ ਉਹਨਾਂ ਚੋਂ ਮੈਨੂੰ ਚੇਤੇ ਆ ਇੱਕ
ਈਵਨ ਉਹ ਇਕੱਲੇ ਮਤਲਬ ਇੰਡੀਆ ਜਾਂ ਸ਼੍ਰੀਲੰਕਾ ਦੇ ਨਹੀਂ, ਸਾਰੀ ਦੁਨੀਆ ਤੇ ਉਹਨਾਂ ਨੇ ਚੈਲੰਜ ਕਰਿਆ ਕਿ ਮੇਰੇ ਖਿਆਲ ਸ਼ਾਇਦ ਨਾਰਵੇ ਜਾਂ ਸਵੀਡਨ ਤੋਂ ਸੀਗੇ ਜਿਨ੍ਹਾਂ ਨੇ ਉਹਨਾਂ ਦਾ ਚੈਲੰਜ ਐਕਸੈਪਟ ਕਰਿਆ ਸੀ ਕਿ ਮੈਂ ਪਾਣੀ ਤੇ ਤੁਰ ਕੇ ਦਿਖਾਵਾਂਗਾ। ਬਿਲਕੁਲ ਬਿਲਕੁਲ। ਹਾਂ, ਤੇ ਉਹਨਾਂ ਜ਼ਮਾਨਤ ਉਹਦੀ ਜ਼ਬਤ ਹੋ ਗਈ ਸੀਗੀ ਕਿਉਂਕਿ ਉਹ ਫਿਰ ਅਖੀਰ ਨੂੰ ਪਹੁੰਚਿਆ ਹੀ ਨਹੀਂ, ਗਿਆ ਹੀ ਨਹੀਂ ਉਹ। ਇੱਦਾਂ ਸੀ। ਹਾਂਜੀ, ਤਾਂ ਸੋ ਅਜਿਹੀਆਂ ਉਹਨਾਂ ਦੀਆਂ ਕਾਫੀ ਜਿਹੜੀਆਂ ਕੇਸਿਸ ਨੇ ਪੜ੍ਹਨ ਵਾਲੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਬੰਦੇ ਦਾ ਵਾਕਈ ਅਸਲੀਅਤ ਤੋਂ ਪਤਾ ਲੱਗਦਾ ਆ। ਠੀਕ ਹੈ ਪਾਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਪਾਲ ਹੋਣੀ ਕਵੈਂਟਰੀ ਤੋਂ ਜਿਨ੍ਹਾਂ ਨੇ ਫੋਨ ਕੀਤਾ। 6 ਮਿੰਟ ਸਰ ਤੋਂ ਹੈ, ਮੈਨੂੰ ਪਤਾ ਨਹੀਂ ਟੈਲੀਫੋਨ ਕਾਲਸ ਪਿੱਛੇ ਵੇਟ ਕਰ ਰਹੀਆਂ, ਯਾਨੀ ਕਿ ਜੇ ਟੂ ਦੀ ਪੁਆਇੰਟ ਗੱਲ ਕਰੋ ਤਾਂ ਆਪਾਂ ਸਾਰੀਆਂ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਕਪੂਰ ਦੀ ਜਿਹੜੀ ਦੇਣ ਹੈਗੀ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਦੇਣ ਹੈਗੀ, ਅਤੇ ਆਪਣੇ ਇੰਡੀਅਨਸ ਨੂੰ, ਭਾਰਤੀਆਂ ਨੂੰ ਬਹੁਤ ਵੱਡੀ ਦੇਣ ਹੈ, ਅਤੇ ਮੈਂ ਸਮਝਦਾ ਵੀ ਉਹਨਾਂ ਦੇ ਕਦਮਾਂ ਦੇ ਚੱਲਦੇ ਜਿਹੜਾ ਹੈ ਕੰਮ ਕੀਤਾ ਜਾ ਸਕਦਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ ਜੀ, ਜੈ ਭੀਮ। ਹਾਂ ਨਮਸਕਾਰ ਜੀ, ਜੈ ਭੀਮ ਜੀ। ਹਾਂਜੀ ਮਾਨ ਸਾਹਿਬ, ਕੀ ਕਹਿਣਾ ਚਾਹੋਗੇ? ਬਸ ਮੈਂ ਤਾਂ ਇਹੀ ਕਹਿਣਾ ਕਿ ਵੈਸੇ ਤੁਸੀਂ ਡਾਕਟਰ ਕਪੂਰ ਬਾਰੇ ਉਹਨਾਂ ਦੇ ਬਹੁਤ ਚਾਨਣਾ ਪਾਤਾ, ਉਹਨਾਂ ਦੀ ਲਾਈਫ ਬਾਰੇ, ਉਹ ਜੋ ਉਹਨਾਂ ਨੇ ਅੰਧ ਵਿਸ਼ਵਾਸ ਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਕੰਮ ਕੀਤੇ, ਬਹੁਤ ਹੀ ਅੱਛਾ ਲੱਗਾ। ਅਤੇ ਥੋੜ੍ਹੀ ਜਿਹੀ ਇੱਦਾਂ ਦੇ ਮੁੱਦੇ ਲੈ ਕੇ ਆਉਂਦੇ, ਤੁਸੀਂ ਤਾਂ ਆਪ ਤਰਕਸ਼ੀਲ ਦੇ ਕਿਤੇ ਨਾ ਮੈਂਬਰਸ ਹੋ ਔਰ ਸਭਾ ਚਲਾਉਂਦੇ ਹੋ। ਤੇ ਦੇਖੋ ਜਿਹੜੀ ਇਹ ਨਾ ਪੁਜਾਰੀ ਆ, ਪੰਡਿਤ ਆ ਔਰ ਜਾਦੂਗਰ ਆ, ਇਹ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਲੁੱਟਦੇ ਆ। ਹਾਂਜੀ ਹਾਂਜੀ। ਔਰ ਅੰਧ ਵਿਸ਼ਵਾਸ ਚੇਲੇ ਜਿਹੜੇ ਅੰਧ ਵਿਸ਼ਵਾਸ ਵਿੱਚ ਪਾਉਂਦੇ ਆ। ਹਾਂਜੀ। ਪਹਿਲੀ ਤਾਂ ਗੱਲ ਇਹ ਹੈ ਨਾ ਕਿ ਲੋਕ ਮੂਰਤੀਆਂ ਲਿਆ ਕੇ ਘਰ ਵਿੱਚ ਉਹਨਾਂ ਤੋਂ ਧਨ ਮੰਗਦੇ ਆ, ਉਹਨਾਂ ਤੋਂ ਤੰਦਰੁਸਤੀ ਮੰਗਦੇ ਆ। ਜੇ ਉਹ ਮੂਰਤੀ ਉਹ ਤੰਦਰੁਸਤੀ ਦਿੰਦੀ ਹੁੰਦੀ, ਧਨ ਦਿੰਦੀ ਹੁੰਦੀ, ਤਾਂ ਜਿਹੜਾ ਦੁਕਾਨਦਾਰ ਵੇਚਦਾ ਉਹ ਵੇਚਦਾ ਹੀ ਨਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਦੂਸਰੀ ਗੱਲ ਇਹ ਹੈਗੀ ਆ, ਕਿਉਂਕਿ ਜਿਹੜੇ ਇੱਕ ਜਾਦੂਗਰ ਆ, ਉਹ ਪੇਪਰ ਦੇ ਨੋਟ ਬਣਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ। ਬਿਲਕੁਲ ਬਿਲਕੁਲ। 5 ਦਾ, 20 ਦਾ, 50 ਦਾ। ਤਾਂ ਇੱਕ ਬੰਦੇ ਨੇ ਉਸ ਏਦਾਂ, ਫਿਰ ਉਹ ਤੋਂ ਬਾਅਦ ਉਹ ਪੈਸੇ ਇਕੱਠੇ ਕਰਨ ਲੱਗ ਪਿਆ ਲੋਕਾਂ ਤੋਂ। ਜੇ ਉਹ ਪੇਪਰਾਂ ਦੇ ਨੋਟ ਬਣਾਉਣਾ ਹੁੰਦਾ ਤਾਂ ਲੋਕਾਂ ਤੋਂ ਪੈਸੇ ਕਾਹਤੇ ਮੰਗਦਾ? ਐਬਸੋਲੂਟਲੀ ਐਬਸੋਲੂਟਲੀ। ਤਾਂ ਇਹ ਜਿਹੜੇ ਲੋਕ ਹੈਗੇ ਆ ਅੰਧ ਵਿਸ਼ਵਾਸ ਵਿੱਚ ਸਾਡੇ ਲੋਕਾਂ ਨੂੰ ਪਾਉਂਦੇ ਆ। ਤਥਾਗਤ ਭਗਵਾਨ ਬੁੱਧ ਨੇ ਕਿਹਾ ਕਿ ਉਹ ਗੱਲ ਨੂੰ ਮੰਨੋ ਜਿਹੜੀ ਗ੍ਰੰਥਾਂ ਵਿੱਚ ਲਿਖੀ ਵਾ, ਉਸ ਨੂੰ ਨਾ ਮੰਨੋ। ਜਿਹੜੀ ਤੁਹਾਡੇ ਮਨ ਨੂੰ ਚੰਗੀ ਲੱਗਦੀ ਆ ਉਹ ਮੰਨੋ, ਜੇ ਤੁਹਾਡੇ ਪੂਰਵਜਾਂ ਨੇ ਲਿਖੀ ਆ, ਕਹੀ ਆ, ਉਹਨੂੰ ਨਾ ਮੰਨੋ। ਜਿਹੜੀ ਤੁਹਾਡੀ ਤਰਕ ਬੁੱਧੀ ਹੈ ਨਾ, ਉਹਦੇ ਨਾਲ ਤੁਸੀਂ ਚੱਲੋ, ਉਹਦੇ ਨਾਲ ਸੋਚ ਕੇ ਆਪਣਾ ਭਵਿੱਖ ਬਣਾਓ, ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਆ। ਜੇ ਤੁਸੀਂ ਅੰਧ ਵਿਸ਼ਵਾਸ ਦੇ ਵਿੱਚ ਲੱਗੇ ਰਹੇ ਤਾਂ ਤੁਸੀਂ ਆਪਣਾ ਆਪ ਵੀ ਗਵਾ ਦੋਗੇ, ਆਉਣ ਵਾਲੇ ਬੱਚਿਆਂ ਦਾ ਵੀ, ਉਹਨਾਂ ਦਾ ਭਵਿੱਖ ਖਰਾਬ ਕਰੋਗੇ। ਠੀਕ ਹੈ ਮਾਨ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਓਕੇ ਜੀ, ਬਹੁਤ ਬਹੁਤ ਮਿਹਰਬਾਨੀ। ਕਾਲਸ ਪਿੱਛੇ ਵੇਟ ਕਰ ਰਹੀ ਹਾਂ, ਤਾਂ ਥੋੜ੍ਹਾ ਟਾਈਮ ਦੇ ਰਿਹਾ ਹੈਗਾ, ਜਾਣੀ ਕਿ ਸੌਰੀ, ਮੈਂ ਆਪਣੇ ਬਹੁਤ ਹੀ ਅਹਿਮ ਕਾਲਰ ਜਿਹੜੇ ਹੈਗੇ ਆ, ਜਿਹੜੇ ਰੈਗੂਲਰਲੀ ਮੇਰੇ ਆਉਂਦੇ ਹੈਗੇ, ਉਹਨਾਂ ਨੂੰ ਮੈਂ ਥੋੜ੍ਹਾ ਟਾਈਮ ਦੇ ਰਿਹਾ ਹੈਗਾ। ਸਭ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਰੀਸ਼ ਜੀ, ਸੱਚਦੇਵ ਬਿਰਦੀ ਸਾਹਿਬ, ਕੀ ਕਹਿਣਾ ਚਾਹੋਗੇ? ਹਾਂ ਯਾਰ, ਬਹੁਤ ਵਧੀਆ ਗੱਲ ਹੈ। ਤੁਸੀਂ ਮਤਲਬ ਜਿਹੜਾ ਪ੍ਰੋਗਰਾਮ ਅੱਜ ਇੱਕ ਮਹਾਨ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜਾਣੀ ਉਹਨੂੰ ਅਸੀਂ ਕਿਵੇਂ ਅੱਜ ਰਿਸਪੈਕਟ ਦੇਣਾ ਹੈ, ਰਿਗਾਰਡ ਕਰਨਾ ਹੈ। ਅੱਜ ਉਹਨਾਂ ਦੀ 124ਵੀਂ ਮਤਲਬ ਜਿਹੜੀ ਉਹਨਾਂ ਦੀ ਜਨਮ ਵਰਸੀ ਹੈਗੀ ਆ, ਜਨਮ ਦਿਨ ਦੀ, ਤੇ ਉਹਦੇ ਤੇ ਹੁਣ ਜਿਹੜਾ ਟਾਈਮ ਹੈ ਤੁਹਾਡੇ ਕੋਲ ਕਾਫੀ ਲਿਮਿਟਡ ਆ। ਆਪਾਂ ਮਤਲਬ ਇਹੀ ਮਤਲਬ ਜਲਦੀ ਇਹਨੂੰ ਲਵਾਂਗੇ ਕਿ ਬਈ ਉਹਨਾਂ ਨੇ ਜਿਹੜੀ ਉਹਨਾਂ ਦੀ ਲੈਗੇਸੀ ਹੈ ਉਹਨੂੰ ਅੱਗੇ ਤੋਰਨ ਲਈ ਸਾਨੂੰ ਸਾਰਿਆਂ ਨੂੰ ਜਿਹੜੇ ਅਸੀਂ ਸੋਚਦੇ ਹਾਂ ਕਿ ਕਿੱਦਾਂ ਦੀ ਦੁਨੀਆ, ਕਿੱਦਾਂ ਦਾ ਸਮਾਜ, ਕਿੱਦਾਂ ਦੀ ਜ਼ਿੰਦਗੀ ਚਾਹੀਦੀ ਆ, ਇਹ ਅਸੀਂ ਉਹਨਾਂ ਦੀ ਉਸ ਲੈਗੇਸੀ ਨੂੰ ਜਿਹੜੀ ਉਹਨਾਂ ਨੇ ਮਤਲਬ ਕੀਤੀ ਹੈ ਕਿ ਵਿਗਿਆਨਕ ਸੋਚ ਢੰਗ ਤੇ ਲੋਕਾਂ ਨੂੰ ਜਿਹੜੀ ਲੁੱਟ ਖਸੁੱਟ ਨਾ ਹੋਵੇ ਤੇ ਵਧੀਆ ਸਮਾਜ ਹੋਵੇ ਜਿੱਥੇ ਹਰ ਇੱਕ ਨੂੰ ਵਧੀਆ ਜੀਣ ਦੇ ਮੌਕੇ ਮਤਲਬ ਮਿਲਣ, ਉਹਦੇ ਲਈ ਉਹਨਾਂ ਨੇ ਕੰਮ ਕੀਤਾ ਹੈ। ਤੇ ਉਹਨਾਂ ਦੀ ਜਿਹੜੀ ਉਹ ਲੈਗੇਸੀ ਹੈਗੀ ਆ, ਉਹਨੂੰ ਉਸ ਸਮੇਂ ਤੇ ਮਤਲਬ ਉਹਨਾਂ ਦੇ ਸਮਿਆਂ ਵਿੱਚ ਉਹ ਸ਼੍ਰੀਲੰਕਾ ਤੇ ਇੰਡੀਆ ਵਿੱਚ ਸੀ, ਤੇ ਅੱਜ ਜਿਹੜਾ ਉਹਨਾਂ ਦਾ ਮਤਲਬ ਉਹ ਹੱਦਾਂ ਪਾਰ ਕਰਕੇ ਦੁਨੀਆ ਦੇ ਪਲੇਟਫਾਰਮ ਤੇ ਆ ਗਈ ਹੈ। ਸਾਰੀਆਂ ਰੈਸ਼ਨਲ ਸੁਸਾਇਟੀਆਂ ਦੁਨੀਆ ਦੀਆਂ ਤੇ ਹਰ ਜਗ੍ਹਾ ਜਿੱਥੇ ਵੀ ਮਤਲਬ ਰੈਸ਼ਨਲ ਸੋਚ ਨੂੰ ਸਮਰਪਿਤ ਲੋਕ ਬੈਠੇ ਨੇ, ਉਹ ਉਹਨਾਂ ਨੂੰ ਜਾਣਦੇ ਨੇ, ਸਮਝਦੇ ਨੇ। ਉਹ ਦੁਨੀਆ ਦੇ ਵਿੱਚ ਜਾਣੇ 20ਵੀਂ ਸਦੀ ਦੇ ਮਹਾਨ ਜਿਹੜੇ ਰੈਸ਼ਨਲਿਸਟ ਤੇ ਹਿਊਮਨਿਸਟ ਹੈਗੇ ਆ। ਹੁਣ ਸਵਾਲ ਇਹ ਹੈ ਕਿ ਮਤਲਬ ਅਸੀਂ 21ਵੀਂ ਸਦੀ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਕਈਆਂ ਗੱਲਾਂ ਆ, ਸਮਾਜ ਨੂੰ ਸਾਡੇ ਪੋਲੀਟੀਸ਼ੀਅਨ, ਪ੍ਰੀਚਰ ਕਿੱਧਰ ਨੂੰ ਲਿਜਾ ਰਹੇ ਨੇ, ਸਾਨੂੰ
ਇਹਨਾਂ ਸਾਡੇ ਮਹਾਨ ਜਿਹੜੇ ਰੈਸ਼ਨਲਿਸਟ ਹੈਗੇ ਆ, ਇਹਨਾਂ ਤੋਂ ਸੇਧ ਲੈਣ ਦੀ ਲੋੜ ਹੈ। ਜ਼ਮੀਨ ਜਿਹੜੀ ਆ ਸਾਡੇ ਹੱਥਾਂ ਵਿੱਚੋਂ 21ਵੀਂ ਸਦੀ ਵਿੱਚ ਵੀ ਖੁੱਸਦੀ ਜਾ ਰਹੀ ਆ। ਸਾਡੇ ਆਪਣੇ ਮੁਲਕਾਂ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਕਿੱਦਾਂ ਦਾ ਸਮਾਂ ਹੈ ਤੇ ਇਹ ਕਿਉਂ ਹੈ। ਜੇ ਅਸੀਂ ਉਹਨਾਂ ਦੇ ਸਹੀ ਉਹਨਾਂ ਨੂੰ ਯਾਦ ਕਰਨਾ ਹੈ, ਉਹਨਾਂ ਦੀ ਗੱਲ ਨੂੰ ਮਤਲਬ ਯਾਦ ਰੱਖਣਾ, ਇਹ ਤਾਂ ਅਸੀਂ ਸਮਝ ਸਕਦੇ ਹਾਂ ਵੀ ਅਸੀਂ ਜੱਜਮੈਂਟਲ ਨਹੀਂ ਹੋ ਸਕਦੇ। ਹਰੇਕ ਬੰਦੇ ਨੂੰ ਆਪਣੀ ਗੱਲ ਸੋਚਣ ਦਾ, ਮੰਨਣ ਦਾ ਫਰੀडम ਆਫ ਥਾਟ ਐਂਡ ਫਰੀडम ਆਫ ਐਕਸਪ੍ਰੈਸ਼ਨ ਹੈਗਾ ਹੈ। ਪਰ ਜਿਹੜੀ ਗੱਲ ਉਹ ਕਹਿ ਰਹੇ ਨੇ ਉਹ ਸਾਰੇ ਸਮਾਜ ਨੂੰ ਵਧੀਆ ਰੱਖਣ ਦੀ ਹੈ ਜੀ। ਉਹਦੇ ਵਿੱਚ ਜਿਹੜੀ ਉਹਨਾਂ ਨੇ ਉਹ 23 ਸ਼ਰਤਾਂ ਰੱਖੀਆਂ, ਇਹ ਉਹਨਾਂ ਦੀ ਇਹ ਵੀ ਲੈਗੇਸੀ ਹੈ ਨਾ ਸਾਇੰਸ ਦੀ ਗੱਲ ਨੂੰ ਅੱਗੇ ਤੋਰਨ ਲਈ। ਤੇ ਕਿੰਨਿਆਂ ਲੋਕਾਂ ਨੇ ਆਪਣੀ ਸ਼ੋਹਰਤ ਖੱਟਣ ਲਈ ਚੈਲੰਜ ਦਿੱਤਾ, ਉਹ ਆਪਣੀਆਂ ਜ਼ਮਾਨਤਾਂ ਖੋਹ ਬੈਠੇ। ਪਰ ਬੀ ਪ੍ਰੇਮਾਨੰਦਾ, ਜੇਮਸ ਰੈਡੀ, ਇਹਨਾਂ ਨੇ ਵੀ ਮਤਲਬ ਉਹੀ 23 ਸ਼ਰਤਾਂ ਰੱਖੀਆਂ। ਠੀਕ है अपने बेदी साहब टाइम खत्म हो गया। बेदी साहब सॉरी टाइम मैंने पता लगा 4 कॉल्स पिछे खरे 5 जनी कॉल जड़ियाँ वेट कर रहे हैं। मैं सॉरी हुण होर कोई कॉल नहीं लै सकदा क्योंकि टाइम फिनिश हो गया है। टैलीविजन के टाइम जानी कि इदां हुंदे हैगे तुसीं उहनूं एक्सटेंड नहीं कर सकते। उस तो बाद दूसरा प्रोग्राम शुरू होना हुंदा हैगा। मैं सारे कॉलर्स का तह दिल तो धन्नवादी हाँ। जिहड़े कॉल्स मैं नहीं लै सकिया उन्हां तो मैं माफ़ी मंगदा हैगा। मैं कोशिश करूँगा कि उन्होंने अगली बारी इनकी जरूर लिया जाए। तो मैं इन किहड़ा हैगा इस चैनल है भी जिहड़े डॉक्टर कपूर की जिहड़ी अज आपां गल कीती है, इन्हां बारे असीं वध तो वध इन्हां बारे पढ़ीए तो इन्हां दी जिहड़ी लैगसी है, इन्हां जिहड़ी सोच हैगी आ उहनूं असीं अगे लिआईए। असीं जिहड़े कुछ मेरे साथी असीं इत्थे इस मुल्क दे विच भी ते बरतानिया यानी कि कैनेडा विच भी ते होर न्यूजीलैंड ते होर मुल्कां विच भी असीं काम कर रहे हैं। तो मैनूं उम्मीद है कि तुसीं भी साडा इस काम में साथ दोगे। अगले हफ्ते तुहाडे लई मैं एक होर लेख लैके आऊँगा तो उहदे बारे आपां चर्चा करेंगे। मैनूं दिओ इत्थे इजाज़त। थैंक यू वेरी मच। हैव अ गुड डे।